ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ। ਹਉ ਸਤਿਗੁਰ ਸੇਵੀ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ, ਸ੍ਰੀ ਰਾਗ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 33 ਸ਼ਬਦ ਸੰਪੂਰਨ ਹੋਏ ਹਨ। ਇਹਨਾਂ ਸ਼ਬਦਾਂ ਤੋਂ ਅੱਗੇ ਹੁਣ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਆਰੰਭ ਹੋ ਰਹੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਤੀਜੇ ਪਾਤਸ਼ਾਹ ਅਗਲੇ ਸ਼ਬਦਾਂ ਨੂੰ ਪਹਿਲੇ ਘਰ ਸੁਰਤਾਲ ਅੰਦਰ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ, ਜੋ ਸਤ ਚੇਤਨ ਆਨੰਦ ਸਰੂਪ ਹੈ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਜਿਸ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਮੈਂ ਤਾਂ ਆਪਣੇ ਸੱਚੇ ਗੁਰਾਂ ਨੂੰ ਹੀ ਸੇਵਦਾ ਹਾਂ, ਆਪਣੇ ਸਤਿਗੁਰਾਂ ਦੀ ਹੀ ਸੇਵਾ ਕਰਦਾ ਹਾਂ ਮਨ ਦੀ ਇਕਾਗਰਤਾ ਨਾਲ, ਔਰ ਆਪਣੇ ਚਿੱਤ ਨੂੰ ਇਕਾਗਰ ਕਰਕੇ, ਅਥਵਾ ਚਿੱਤ ਦੇ ਅੰਦਰ ਇੱਕ ਪ੍ਰੇਮ ਸਤਿਗੁਰਾਂ ਦਾ ਵਸਾ ਕੇ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਤੇ ਭਾਏ ਪ੍ਰੇਮ ਦੇ ਸਹਿਤ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹਾਂ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਮਾਉਂਦਾ ਹਾਂ। ਕਿਉਂਕਿ ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ। ਜਿਸ ਦੇ ਤਾਈਂ ਅਕਾਲ ਪੁਰਖ ਬੁਝਾ ਦੇਵੇ, ਸਮਝਾ ਦੇ, ਗਿਆਤ ਬਖਸ਼ ਦੇ, ਉਹਨੂੰ ਪਤਾ ਹੈ ਕਿ ਸਤਿਗੁਰੂ ਜੀ ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਮਹਾਨ ਤੀਰਥ ਹਨ। ਆਮ ਤੌਰ 'ਤੇ ਮਨ ਦੀਆਂ ਇੱਛਾਵਾਂ ਲੈ ਕੇ ਲੋਕ ਤੀਰਥ ਸਥਾਨਾਂ 'ਤੇ ਜਾਂਦੇ ਹਨ। ਇੱਥੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਸਤਿਗੁਰੂ ਮਨ ਦੀਆਂ ਕਾਮਨਾ ਦੀ ਪੂਰਤੀ ਕਰਾਉਣ ਵਾਲੇ ਤੀਰਥ ਹਨ ਸੱਚੇ ਪਾਤਸ਼ਾਹ ਜੀ। ਜਿਹਨੂੰ ਸਤਿਗੁਰੂ ਦੇ ਪਾਸੋਂ ਨਹੀਂ ਕੋਈ ਦਾਤ ਮਿਲੀ, ਉਹਨੂੰ ਹੋਰ ਵੀ ਕਿਤੋਂ ਕਿਆ ਮਿਲ ਸਕਦਾ ਹੈ। ਮਤਲਬ ਮਨ ਦੇ ਅੰਦਰ ਭਾਵਨਾ ਹੈ ਤਾਂ ਸਤਿਗੁਰੂ ਦੇ ਪਾਸ ਸਭ ਕੁਛ ਹੀ ਹੈ। ਸਤਿਗੁਰੂ ਜੀ ਸਾਰੀਆਂ ਦਾਤਾਂ ਦੇ ਖਜ਼ਾਨਾ ਰੂਪ ਹਨ। ਇਸ ਕਰਕੇ ਤੀਰਥ ਪੂਰਾ ਸਤਿਗੁਰੂ ਆਪ ਪਵਿੱਤਰ ਹਨ, ਸਾਨੂੰ ਵੀ ਪਵਿੱਤਰ ਕਰ ਦਿੰਦੇ ਨੇ। ਔਰ ਸਿੱਖ ਆਉਂਦੇ ਹਨ ਕਾਮਨਾ ਲੈ ਕੇ, ਕਾਮਨਾ ਦੀ ਪੂਰਤੀ ਵੀ ਹੁੰਦੀ ਹੈ। ਸਤਿਗੁਰੂ ਦੇ ਦਰਸ਼ਨ ਕਰਕੇ ਮਨ ਨਿਰਮਲ ਹੁੰਦੇ ਨੇ। ਇਸ ਤਰ੍ਹਾਂ ਪਰਮਾਰਥ ਦੇ ਰਾਹ 'ਤੇ ਵੀ ਚੱਲ ਪੈਂਦੇ ਨੇ। ਇਸ ਕਰਕੇ ਸਤਿਗੁਰੂ ਜੀ ਹੀ ਵੱਡੇ ਤੀਰਥ ਹਨ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਜੋ ਮਨ ਵਿੱਚ ਇੱਛਿਆ ਹੋਇਆ ਹੈ, ਉਹ ਮਨ ਦੀ ਇੱਛਾ ਦੇ ਅਨੁਸਾਰ ਵਰ ਭਾਵ ਬਖਸ਼ਿਸ਼ ਪ੍ਰਾਪਤ ਕਰ ਲਈ ਜਾਂਦੀ ਹੈ। ਜੋ ਵੀ ਕੋਈ ਇੱਛਦਾ ਹੈ ਸੇਵਕ, ਵੈਸਾ ਹੀ ਫਲ ਉਹ ਪ੍ਰਾਪਤ ਕਰ ਲੈਂਦਾ ਸਤਿਗੁਰੂ ਦੇ ਪਾਸੋਂ। ਤਾਂ ਅੱਗੇ ਹਜ਼ੂਰ ਕਹਿੰਦੇ ਨੇ, ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ। ਸਤਿਗੁਰੂ ਕਹਿੰਦੇ ਨੇ, ਗੁਰੂ ਅਮਰਦਾਸ ਕੇ ਮਹਾਰਾਜ ਭਾਈ, ਅਸੀਂ ਤਾਂ ਇਹ ਪ੍ਰੇਰਨਾ ਦਿੰਦੇ ਹਾਂ ਕਿ ਆਪ ਮਨ ਕਰਕੇ ਪਰਮਾਤਮਾ ਦੇ ਨਾਮ ਦਾ ਆਰਾਧਨ ਕਰਨਾ ਚਾਹੀਦਾ, ਕਰੀਏ, ਤੇ ਨਾਮ ਦੀ ਹੀ ਜਾਚਨਾ ਕਰੀਏ ਸਤਿਗੁਰੂ ਦੇ ਪਾਸੋਂ। ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਦੇ ਵਿੱਚ ਸਭ ਕੁਝ ਹੀ ਆ ਜਾਂਦਾ। ਜਿਵੇਂ ਕੋਈ ਬਜ਼ੁਰਗ ਮਾਈ ਸੀ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆ ਕੇ ਉਹਨੇ ਦਾਤ ਇੰਝ ਮੰਗੀ, ਕਹਿਣ ਲੱਗੀ ਵੀ ਮਹਾਰਾਜ ਜੇ ਤੁੱਠੇ ਹੋ ਤਾਂ ਇਹ ਬਖਸ਼ਿਸ਼ ਕਰੋ ਕਿ ਮੈਂ ਆਪਣੀ ਨੂੰਹ ਨੂੰ ਆਪਣੀ ਗੋਦੀ ਵਿੱਚ ਆਪਣਾ ਬੱਚਾ ਲੈ ਕੇ ਤੇ ਸੋਨੇ ਦੀ ਮਧਾਣੀ ਵਿੱਚ ਦੁੱਧ ਰਿੜਕਦੀ ਨੂੰ ਵੇਖਾਂ। ਮਤਲਬ ਕਾਫੀ ਕੁਛ ਸਾਰੀਆਂ ਦੁਨਿਆਵੀ ਦਾਤਾਂ ਮੰਗ ਲਈਆਂ, ਰਿਜ਼ਕ ਵੀ ਮੰਗ ਲਿਆ ਵੀ ਇੰਨਾ ਹੋਏ ਭਈ ਸੋਨੇ ਦੀ ਮਧਾਣੀ ਹੋਵੇ ਤੇ ਪੁੱਤ ਪੋਤਰੇ ਵੀ ਗਾਂਹ ਹੋਣ ਤੇ
ਦੁੱਧ ਘਿਓ ਵੀ ਖੁੱਲ੍ਹਾ ਹੋਵੇ। ਸੋ ਇਸ ਪ੍ਰਕਾਰ ਸਭ ਕੁਝ ਮੰਗੀਏ। ਇਸ ਤਰ੍ਹਾਂ ਹੀ ਜਿਵੇਂ ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਨੇ, ਐਸੀ ਦਾਤ ਮੰਗਣੀ ਚਾਹੀਦੀ ਹੈ। ਚੀਤੇ, ਬਘਿਆੜ, ਰਿੱਛ, ਹਿਰਨ ਦਾ ਸਭਨਾਂ ਦੇ ਪੈਰ ਆ ਜਾਂਦੇ ਨੇ। ਇਸ ਤਰ੍ਹਾਂ ਜੇ ਇੱਕੋ ਹੀ ਦਾਤ ਵੱਡੀ ਮੰਗ ਲਈਏ ਤੇ ਸਾਰੀਆਂ ਦਾਤਾਂ ਵਿੱਚ ਆ ਜਾਣਗੀਆਂ। ਇੱਕ ਮਹਾਂਪੁਰਸ਼ ਸਨ, ਉਹ ਕਹਿੰਦੇ ਭਾਈ ਗੁਰਸਿੱਖੀ ਨਾਮ ਦਾਨ ਮੰਗਣਾ ਚਾਹੀਦਾ, ਇਹਦੇ ਵਿੱਚ ਹੀ ਸਭ ਕੁਝ ਆ ਜਾਂਦਾ। ਸੋ ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਦੇ ਪਾਸ ਚਮਕੌਰ ਸਾਹਿਬ ਨਗਰ ਹੈ ਜਿਹੜਾ, ਇੱਥੇ 2 ਵਾਰੀ ਹਜ਼ੂਰ ਆਏ ਨੇ। ਇੱਕ ਵਾਰੀ ਤਾਂ ਵੱਡਾ ਜੰਗ ਹੋਇਆ, ਇੱਕ ਵਾਰੀ ਉਦੋਂ ਪਹਿਲਾਂ ਵੀ ਆਏ ਸੀ, ਉਦੋਂ ਵੀ ਇੱਕ ਛੋਟੀ ਜਿਹੀ ਜੰਗ ਹੋਈ ਸੀ ਅਤੇ ਉਦੋਂ ਕੁਝ ਦਿਨ ਰਹੇ ਸਨ ਇੱਥੇ। ਤਾਂ ਧੰਨੀ, ਪੋਠੋਹਾਰ ਆਦਿਕ ਇਲਾਕਿਆਂ ਦੀ ਸੰਗਤ ਆਈ ਸੀ ਅਤੇ ਰਸਤੇ 'ਚ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਚਮਕੌਰ ਨਗਰ ਨੇ। ਇੱਥੇ ਫਿਰ ਸੰਗਤਾਂ ਆਣ ਪੁੱਜੀਆਂ ਤਾਂ ਉਹਨਾਂ ਪੋਠੋਹਾਰੀਆਂ ਨੇ ਦਰਸ਼ਨ ਦੀਦਾਰ ਕੀਤੇ, 1-2 ਦਿਨ ਰਹੇ ਅਤੇ ਫਿਰ ਉਹਨਾਂ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ, ਅਸੀਂ ਵਾਪਸ ਪਰਤਣਾ ਹੈ ਅਤੇ ਅਸੀਂ ਫਰਿਆਦ ਕਰਨ ਲੱਗੇ ਹਾਂ ਤੁਹਾਡੇ ਚਰਨਾਂ 'ਚ ਅਤੇ ਸਾਨੂੰ ਧਨ ਦੌਲਤਾਂ ਬਖਸ਼ੋ। ਫਿਰ ਅਸੀਂ ਛੇਤੀ ਛੇਤੀ ਆਇਆ ਕਰਾਂਗੇ ਅਤੇ ਭੇਟਾ ਵੀ ਲੈ ਕੇ ਆਇਆ ਕਰਾਂਗੇ, ਸਾਡੇ ਘਰਾਂ 'ਚ ਗਰੀਬੀ ਹੈ। ਤਾਂ ਸਤਿਗੁਰੂ ਮਹਾਰਾਜ ਉਹਨਾਂ ਸਿੱਖਾਂ ਵੱਲ ਵੇਖ ਕੇ ਕਹਿਣ ਲੱਗੇ, ਸਿੱਖੋ ਧਨ ਦੇਵਾਂਗੇ ਮਰਵਾਵਾਂਗੇ। ਉਹ ਹਜ਼ੂਰ ਦੇ ਬਚਨ ਦੇ ਰਾਜ ਨੂੰ ਨਾ ਸਮਝੇ ਅਤੇ ਗਮਰੁੱਠ ਜਿਹੇ ਹੋ ਗਏ, ਪਿਛਾਂ ਹਟ ਗਏ ਅਤੇ ਆਪਸ ਪਹਿਲਾਂ ਸੋਚੀ ਪੈ ਗਏ, ਫਿਰ ਗੱਲਾਂ ਕਰਨ ਲੱਗ ਪਏ ਵੀ ਗੁਰੂ ਮਹਾਰਾਜ ਅੱਜ ਜਾਪਦਾ ਕਿਸੇ ਗੱਲੋਂ ਖਫਾ ਹਨ, ਭਾਵ ਗੁੱਸੇ ਵਿੱਚ ਨੇ। ਤਾਂ ਉਹਨਾਂ ਨੇ ਐਸੀ ਗੱਲ ਕਹੀ, ਐਸਾ ਬਚਨ ਕਰਤਾ, ਅਸੀਂ ਮੰਗਿਆ ਸੀ ਵਰ, ਉਹਨਾਂ ਦੇ ਦਿੱਤਾ ਸਰਾਪ ਵੀ ਧਨ ਦੇਵਾਂਗੇ, ਧਨ ਤਾਂ ਦੇਵਾਂਗੇ ਪਰ ਮਰਵਾ ਦਿਆਂਗੇ ਤੁਹਾਨੂੰ। ਉਹ ਸਮਝੇ ਨਾ। ਫਿਰ ਉਹਨਾਂ ਨੇ ਇੱਕ ਦਿਨ ਕਿਹਾ ਵੀ ਜਦੋਂ ਗੁਰੂ ਮਹਾਰਾਜ ਖੁਸ਼ ਪ੍ਰਸੰਨ ਹੋਣਗੇ ਉਸ ਦਿਨ ਬੇਨਤੀ ਕਰਾਂਗੇ। ਇੱਕ ਦਿਨ ਸਤਿਗੁਰੂ ਜੀ ਸਿੰਘਾਂ ਵਿੱਚ ਖੜ੍ਹੇ ਸੀ ਅਤੇ ਕੋਈ ਬਿਲਾਸ ਵਾਲਾ ਵਚਨ ਹੋਇਆ ਤਾਂ ਹਜ਼ੂਰ ਮੁਸਕਰਾ ਰਹੇ ਸਨ। ਤਾਂ ਪੋਠੋਹਾਰੀ ਅੱਗੇ ਆਏ, ਕਹਿੰਦੇ ਮਹਾਰਾਜ ਸਾਥੋਂ ਕੋਈ ਗੁਨਾਹ ਹੋ ਗਿਆ, ਤੁਸੀਂ ਸਾਡੇ 'ਤੇ ਖਫਾ ਕਿਉਂ ਹੋਏ? ਅਸੀਂ ਮਹਾਰਾਜ ਵਰ ਮੰਗਿਆ ਸੀ ਧਨ ਗਰੀਬੀ ਹੋਣ ਕਰਕੇ, ਤੁਸੀਂ ਕਿਹਾ ਤੁਹਾਨੂੰ ਮਰਵਾਵਾਂਗੇ। ਮਹਾਰਾਜ ਸਾਨੂੰ ਕਿਉਂ ਮਰਵਾਉਣਾ, ਅਸੀਂ ਕੀ ਗੁਨਾਹ ਕੀਤਾ, ਕਿਉਂ ਮਹਾਰਾਜ ਐਸੇ ਨਾਰਾਜ਼ ਸਾਡੇ ਨਾਲ? ਹਜ਼ੂਰ ਕਹਿੰਦੇ ਸਿੱਖੋ ਇਹ ਤਾਂ ਇੰਝ ਹੋਇਆ ਭਈ ਬੱਦਲ ਝੁੱਕ ਕੇ ਆਇਆ ਵਰਨ ਵਾਸਤੇ ਅਤੇ 12 ਵਰ੍ਹਿਆਂ ਦੀ ਔੜ ਲੱਗੀ ਦੇ ਬਾਵਜੂਦ ਵੀ ਜਿਨ੍ਹਾਂ ਦੇ ਖੇਤਾਂ 'ਚ ਮੀਂਹ ਚਾਹੀਦਾ ਸੀ ਉਹ ਚਾਦਰਾਂ ਤੱਪੜ ਤਾਣਨ ਲੱਗ ਪੈਣ ਅਤੇ ਅਸੀਂ ਆਪਣੇ ਖੇਤਾਂ 'ਚ ਛਿੱਟ ਡਿੱਗਣ ਨਹੀਂ ਦੇਣੀ, ਬੂੰਦ ਨਹੀਂ ਡਿੱਗਣ ਦੇਣੀ। ਫਿਰ ਬੱਦਲ ਦਾ ਤਾਂ ਕੋਈ ਕਸੂਰ ਨਹੀਂ। ਮਹਾਰਾਜ ਅਸੀਂ ਫਿਰ ਨਹੀਂ ਸਮਝੇ ਵੀ ਤੁਸੀਂ ਕੀ ਕਹਿ ਰਹੇ ਹੋ। ਹਜ਼ੂਰ ਕਹਿਣ ਲੱਗੇ ਸਿੱਖੋ ਤੁਸੀਂ ਕੇਵਲ ਧਨ ਮੰਗਦੇ ਸੀ, ਬਾਹਰੀ ਟਕੇ, ਪਰ ਅਸੀਂ ਪ੍ਰਸੰਨ ਹੋਏ ਤੁਹਾਡੇ 'ਤੇ, ਤੁਹਾਡੇ ਸੁਧੇ ਸੁਭਾਅ ਵੇਖ ਕੇ, ਅਤੇ ਕਿਹਾ ਸੀ ਕਿ ਤੁਹਾਨੂੰ ਨਾਮ ਧਨ ਦੇਵਾਂਗੇ ਅਤੇ ਨਾਮ ਜਪਾ ਜਪਾ ਕੇ ਤੁਹਾਡੇ ਹਿਰਦੇ ਮਰਵਾ ਦਿਆਂਗੇ, ਮਨ ਮਰਵਾ ਦਿਆਂਗੇ, ਇੱਛਾਵਾਂ ਹੀ ਮਰਵਾ ਦਿਆਂਗੇ, ਫਿਰ ਲੋੜ ਨਹੀਂ ਪਵੇਗੀ ਕੁਛ ਮੰਗਣ ਦੀ। ਅਤੇ ਤੁਸੀਂ ਥੱਲੇ ਡਿੱਗ ਪਏ। ਤੁਸੀਂ ਸਿਰਫ ਇਹ ਜਿਹੜੇ ਰੋਕੜੀ ਹੈ ਨਾ, ਧਨ ਦੌਲਤ ਦਮੜੇ, ਇਹਨਾਂ ਦੇ ਇਸ਼ਕ ਹੋ, ਇਹਦੋਂ ਅੱਗੇ ਤੁਹਾਡੀ ਸੁਰਤ ਨਹੀਂ ਗਈ। ਪਰ ਅੱਛਾ ਹੁਣ ਧਨ ਮਿਲੇਗਾ ਬਹੁਤ, ਪਰ ਜਦੋਂ ਧਨ ਦੇ ਦੋਸ਼ ਸਾਹਮਣੇ ਆਏ ਫਿਰ ਨਾਮ ਧਨ ਦੀ ਕਦਰ ਹੋਵੇਗੀ, ਫਿਰ ਨਾਮ ਧਨ ਦੇਰੀ ਨਾਲ ਮਿਲੇਗਾ, ਮਿਲ ਤਾਂ ਜਾਏਗਾ, ਕਲਿਆਣ ਹੋਵੇਗੀ, ਪਰ ਤੁਸੀਂ ਦੂਰ ਜਾ ਪਏ। ਇਸ ਪ੍ਰਕਾਰ ਮਨੁੱਖ ਸੰਸਾਰ 'ਚ ਵਿਚਰਦਾ, ਜਿਹੜੇ ਸੰਸਾਰੀ ਸੁੱਖ ਨੇ ਇਹਨਾਂ ਦੀ ਕਦਰ ਨੂੰ ਪਛਾਣਦਾ ਵੀ ਇਹ ਜ਼ਿਆਦਾ ਵੱਡੀ ਚੀਜ਼ ਹੈ। ਉੱਚੀ ਅਵਸਥਾ ਅੰਦਰੋਂ ਨਾ ਹੋਣ ਕਰਕੇ, ਸੂਝ ਨਾ ਹੋਣ ਕਰਕੇ ਮਨੁੱਖ ਨਾਮ ਧਨ ਦੀ ਕਦਰ ਨੂੰ, ਕੀਮਤ ਨੂੰ, ਮਹਾਨਤਾ ਨੂੰ ਨਹੀਂ ਜਾਣਦਾ। ਇਸ ਕਰਕੇ ਅਸੀਂ ਹੋਰ ਕੁਛ ਮੰਗਦੇ ਹਾਂ। ਹਾਂ ਲੋੜ ਪਏ, ਗਰੀਬੀ ਹੈ, ਕਿਸੇ ਚੀਜ਼ ਦੀ ਥੋੜ੍ਹਾ ਹੈ ਤਾਂ ਗੁਰੂ ਮਹਾਰਾਜ ਕੋਲੋਂ ਹੀ ਮੰਗਣਾ ਹੋਇਆ, ਅਕਾਲ ਪੁਰਖ ਦੇ ਪਾਸੋਂ ਮੰਗਣਾ ਹੋਇਆ। ਪਰ ਬਲਕਿ ਜੇ ਅਸੀਂ ਕਰਮ ਚੰਗੇ ਕਰੀਏ, ਸਿਮਰਨ ਭਜਨ ਕਰੀਏ, ਫਿਰ ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਫਿਰ ਸਤਿਗੁਰੂ ਜੀ, ਵਾਹਿਗੁਰੂ ਜੀ ਆਪਣੇ ਆਪ ਹੀ ਦੇਈ ਜਾਂਦੇ ਨੇ। ਫਿਰ ਤਾਂ ਚਿੰਤਾ ਕਰਨ ਦੀ ਵੀ ਲੋੜ ਨਹੀਂ, ਖਿਆਲ ਕਰਨ ਦੀ ਵੀ ਲੋੜ ਨਹੀਂ। ਜੇ ਚਿੱਤ ਲੱਗ ਜੇ ਵਾਹਿਗੁਰੂ ਦੇ ਚਰਨਾਂ ਨਾਲ ਤਾਂ ਫਿਰ ਇੱਕ ਦਿਨ ਮੰਗ ਵੀ ਮਿਟ ਜਾਂਦੀ, ਇੱਛਾ ਮਿਟ ਜਾਂਦੀਆਂ, ਮਨ ਦੀ ਮੈਲ ਅਗਿਆਨਤਾ ਮਿਟਣ ਕਰਕੇ ਫਿਰ ਸਹਿਜ ਸੁਭਾਵਕ ਹੀ ਸੁਤੇ ਸਿੱਧੀ ਜੀਵਨ ਬਤੀਤ ਕਰਦਾ ਗੁਰਮੁਖ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਕਿ ਵੱਡੀ ਦਾਤ ਨਾਉ ਮੰਗੀ ਹੈ, ਨਾਉ ਧਿਆਈ ਹੈ, ਨਾਉ ਮੰਗੀ ਹੈ। ਨਾਮ ਦਾ ਹੀ ਧਿਆਨ ਧਰੀਏ, ਰਾਧੀਏ ਅਤੇ ਨਾਮ ਹੀ ਮੰਗੀਏ ਹੋਰ। ਜਿਵੇਂ ਭਾਈ ਪਾਰੋ ਜੁਲਕਾ ਉਹਨਾਂ ਦੀ ਗੋਤ ਸੀ, ਪਰਮਹੰਸ ਦਾ ਖਿਤਾਬ ਮਿਲਿਆ ਸੀ ਗੁਰੂ ਘਰ 'ਚੋਂ। ਇੱਕ ਦਿਨ ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਪਾਰੋ ਜੀ ਕੋਈ ਇੱਛਾ ਹੈ ਮਨ 'ਚ? ਕਹਿਣ ਲੱਗਾ ਜੀ ਹਾਂ, ਹੋਰ ਸਾਰੀਆਂ ਇੱਛਾਵਾਂ ਤੁਸੀਂ ਮੇਟ ਦਿੱਤੀਆਂ ਪਰ ਇੱਕ ਇੱਛਾ ਹੈ ਬੜੀ ਪ੍ਰਬਲ ਹਿਰਦੇ 'ਚ ਬਣੀ ਹੋਈ। ਹਜ਼ੂਰ ਕਹਿਣ ਲੱਗੇ ਦੱਸ ਫਿਰ ਕਿਆ ਹੈ?
ਕਹਿਣ ਲੱਗਾ ਜੀ ਹੋਰ ਸਿਮਰਨ ਭਜਨ ਆਪਣਾ ਹੋਰ ਪਿਆਰ ਬਖਸ਼ੋ। ਤਾਂ ਸਤਿਗੁਰੂ ਜੀ ਕਹਿਣ ਲੱਗੇ ਇਦੋਂ ਅੱਗੇ ਤਾਂ ਸਿਮਰਨ ਦੀ ਕੋਈ ਅਵਸਥਾ ਹੀ ਨਹੀਂ ਹੈ। ਗੁਰਮੁਖ ਜੀ ਤੁਹਾਡੇ ਤਾਂ ਰੋਮ ਰੋਮ 'ਚੋਂ ਸਿਮਰਨ ਹੋ ਰਿਹਾ, ਤੁਹਾਡੀ ਤੱਕਣੀ ਵਿੱਚ ਧਿਆਨ ਹੈ ਵਾਹਿਗੁਰੂ ਦਾ, ਦਰਸ਼ਨ ਵੀ ਵਾਹਿਗੁਰੂ ਦੇ ਕਰ ਰਹੇ ਹੋ, ਨਾਮ ਵੀ ਵਾਹਿਗੁਰੂ ਦੇ ਸੁਣ ਰਿਹਾ ਹੈ, ਬਿਰਛ ਬੂਟਿਆਂ ਹਵਾ ਦੀ ਆਵਾਜ਼ ਵਿੱਚੋਂ ਵੀ ਨਾਮ ਸੁਣਦਾ, ਪਸ਼ੂਆਂ ਪਰੰਦਿਆਂ ਦੀਆਂ ਆਵਾਜ਼ਾਂ ਵਿੱਚੋਂ ਵੀ ਨਾਮ ਸੁਣਦਾ, ਇਹਦੋਂ ਉੱਤੇ ਤੇ ਅਵਸਥਾ ਹੀ ਕੋਈ ਨਹੀਂ। ਹੁਣ ਤਾਂ ਅਸੀਂ ਇੱਛਾ ਕਰਦੇ ਹਾਂ ਕਿ ਸਰੀਰ ਤਿਆਗ ਕੇ ਤੇਰੇ ਹਿਰਦੇ 'ਚ ਹੀ ਬਹਿ ਜਾਈਏ ਤੇ ਇੱਥੋਂ ਵੱਖ ਨਹੀਂ ਰਹਿਣਾ ਚਾਹੁੰਦੇ। ਕਹਿਣ ਲੱਗਾ ਨਾ ਮਹਾਰਾਜ ਇਸ ਤਰ੍ਹਾਂ ਦਾ ਭਜਨ ਦੁਬਾਰਾ ਨਾ ਕਰਿਓ। ਕਹਿੰਦੇ ਕਿਉਂ? ਕਹਿਣ ਲੱਗਾ ਜੀ ਇਹ ਸਰੀਰ ਗੁਰਿਆਈ ਦਾ ਅਧਿਕਾਰੀ ਨਹੀਂ ਵੀ ਇਹਨੂੰ ਮੱਥੇ ਟਿਕਣ, ਜੇ ਤੁੱਠੇ ਹੋ ਤਾਂ ਸਿੱਖੀ ਬਖਸ਼ੋ। ਸਤਿਗੁਰਾਂ ਛਾਤੀ ਨਾਲ ਲਾ ਲਿਆ, ਕਹਿਣ ਲੱਗੇ ਧੰਨ ਭਾਈ ਪਾਰੋ, ਐਵੇਂ ਨਹੀਂ ਤੈਨੂੰ ਪਰਮਹੰਸ ਦਾ ਖਿਤਾਬ ਦਿੱਤਾ, ਭਈ ਧੰਨ ਸਿੱਖੀ ਤੇਰੀ ਜੇ ਤੂੰ ਕਮਾਈ ਹੈ। ਔਰ ਇਸ ਅਵਸਥਾ 'ਚ ਪਹੁੰਚ ਕੇ ਵੀ ਸਿਮਰਨ ਹੀ ਮੰਗ ਰਿਹਾ ਤੇ ਸਿੱਖੀ ਮੰਗ ਰਿਹਾ। ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਕਦਰ ਹੈ ਭਾਈ ਉਹ ਤਾਂ ਇਹੀ ਮੰਗਣਗੇ। ਇਸ ਵਾਸਤੇ ਪ੍ਰੇਰਨਾ ਦੇ ਰਹੇ, ਸਾਨੂੰ ਸਿੱਖਿਆ ਦੇ ਰਹੇ ਨੇ ਕਿ ਨਾਮ ਹੀ ਤਰਾਧਣਾ ਚਾਹੀਦਾ, ਨਾਮ ਹੀ ਮੰਗਣਾ ਚਾਹੀਦਾ। ਨਾਮੇ ਸਹਿਜ ਸਮਾਏ, ਨਾਮ ਵਿੱਚ ਲੱਗਿਆ ਹੋਇਆ ਫਿਰ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਹੀ ਸਮਾ ਜਾਈਦਾ, ਜਿੱਥੇ ਡਿੱਗਣਾ ਡੋਲਣਾ ਨਹੀਂ ਰਹਿੰਦਾ, ਖੁਸ਼ੀ ਗਮੀ ਦਾ ਦੁੱਖ ਸੁੱਖ ਦਾ ਪ੍ਰਭਾਵ ਨਹੀਂ। ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਹਜ਼ੂਰ ਕਹਿੰਦੇ ਮਨ ਨੂੰ ਸਮਝਾਓ, ਇਹ ਮੇਰੇ ਮਨਾ ਯਤਨ ਕਰ ਹਰੀ ਪ੍ਰਮਾਤਮਾ ਦੇ ਨਾਮ ਰਸ ਨੂੰ ਚਖ ਲੈ। ਉਹ ਚਖੇਗਾ ਤਾਂ ਤੇਰੀ ਤਿੱਖਾ ਚਲੀ ਜਾਏਗੀ, ਤਿੱਖਾ ਪਦਾਰਥਾਂ ਦੀ ਤ੍ਰਿਸ਼ਨਾ। ਉਂਝ ਤਿੱਖ ਹੁੰਦੀ ਹੈ ਪਿਆਸ, ਮਤਲਬ ਇੱਥੇ ਮਨ ਦੀ ਪਿਆਸ ਪਦਾਰਥਾਂ ਦੀ। ਮਨ ਅੰਦਰ ਜਿਹੜੀ ਪਦਾਰਥਾਂ ਦੀ ਸੰਸਾਰਕ ਸੁੱਖਾਂ ਦੀ ਤਿੱਖ ਪਿਆਸ ਹੈ ਉਹ ਚਲੀ ਜਾਏਗੀ। ਬਬੀਹਾ ਇਹ ਤੇਰੀ ਤਿੱਖਾ ਉਤਰੈ ਜੇ ਸੋ ਕਰੇ ਪੁਕਾਰ। ਜੇ ਹੋਰ ਪੁਕਾਰਾਂ ਕਰੀ ਜਾਏ ਤੇ ਇੰਜ ਤੇਰੀ ਤਿੱਖਾ ਪਿਆਸ ਨਹੀਂ ਉਤਰ ਸਕਦੀ। ਹਰ ਰਸ ਚਾਖ ਤਿੱਖ ਜਾਏ। ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਗੁਰਾਂ ਦੇ ਸਨਮੁਖ ਹੋ ਕੇ ਚੱਲੇ ਤੇ ਗੁਰੂ ਦੇ ਉਪਦੇਸ਼ ਦੁਆਰਾ ਉਹਨਾਂ ਨੇ ਚੱਖ ਲਿਆ ਵਾਹਿਗੁਰੂ ਦੇ ਨਾਮ ਰਸ ਨੂੰ, ਉਹ ਸਹਿਜੇ ਸੁਭਾਵਿਕ ਹੀ ਸੁਤੇ ਸਿੱਧ ਹੀ ਸਹਿਜੇ ਚੌਥੇ ਪਦ ਵਿੱਚ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਸਮਾ ਰਹੇ ਹਨ, ਇਕਮਿਕ ਹੋ ਗਏ ਹਨ। ਰਹਾਓ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ। ਜਿਨ੍ਹਾਂ ਨੇ ਮਨ ਚਿੱਤ ਜੋੜ ਕੇ ਸਤਿਗੁਰੂ ਦੀ ਸੇਵਾ ਕਮਾਈ ਹੈ, ਤਿਨਾਂ ਨੇ ਸਤਿਗੁਰਾਂ ਦੇ ਪਾਸੋਂ ਨਾਮ ਦਾ ਖਜ਼ਾਨਾ, ਵਾਹਿਗੁਰੂ ਜੀ ਦੇ ਨਾਮ ਦਾ ਨਿਧਾਨ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ। ਉਹਨਾਂ ਦੇ ਧੁਰ ਹਿਰਦੇ ਦੇ ਅੰਦਰ ਹਰੀ ਪਰਮਾਤਮਾ ਦੇ ਨਾਮ ਦਾ ਰਸ ਜੋ ਹੈ ਉਹ ਸਿੰਜਿਆ ਗਿਆ ਹੈ, ਉਹ ਤਰੋ ਤਾਜ਼ਾ ਹੋ ਗਿਆ ਇਸ ਨਾਮ ਰਸ ਨਾਲ, ਐਨ ਸਮਾ ਗਿਆ ਹੈ ਸਾਰੇ ਇੰਦਰੀਆਂ ਅੰਦਰ, ਰੋਮ ਰੋਮ ਵਿੱਚ। ਤੇ ਇਸ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਉਹਨਾਂ ਨੇ ਹੀ ਮਾਣ ਪ੍ਰਾਪਤ ਕੀਤਾ, ਆਦਰ ਪਾਇਆ ਹੈ, ਸਤਿਕਾਰ ਮਿਲਿਆ ਹੈ। ਰੇ ਦਰਗਹਿ ਕਹੈ ਨ ਕੋ ਆਓ ਬੈਠ ਆਦਰ ਸੁਭ ਦੇਉ। ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ। ਜਿਹੜੇ ਆਪਣੇ ਸਤਿਗੁਰੂ ਨੂੰ ਛੱਡ ਕੇ ਹੋਰ ਪਾਸੇ ਨਹੀਂ ਜਾਂਦੇ, ਆਪਣੇ ਸਤਿਗੁਰੂ ਤੇ ਦ੍ਰਿੜ ਭਰੋਸਾ ਨਿਸ਼ਚਾ ਰੱਖਦੇ ਹਨ ਤੇ ਸੇਵਾ ਕਮਾਉਂਦੇ ਹਨ ਸਤਿਗੁਰੂ ਦੇ ਅਨੁਸਾਰ ਹੋ ਕੇ। ਕਿਉਂਕਿ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ। ਸੋ ਇਸ ਪ੍ਰਕਾਰ ਆਗਿਆ ਸਮ ਨਹੀਂ ਸਾਹਿਬ ਸੇਵਾ। ਹੁਕਮ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਇਸ ਕਰਕੇ ਜਿਨ੍ਹਾਂ ਨੇ ਸਤਿਗੁਰੂ ਨੂੰ ਭਾਵਨਾ ਕਰਕੇ ਸੇਵਿਆ ਹੈ, ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ। ਤੇ ਇਸ ਤਰ੍ਹਾਂ ਹਿਰਦੇ ਦੇ ਅੰਦਰ ਨਾਮ ਰਸ ਨਾਲ ਲਬਰੇਜ ਹੋ ਗਏ, ਤਰੋ ਤਾਜ਼ਾ ਹੋ ਗਏ ਤੇ ਚੂਕਾ ਮਨ ਅਭਿਮਾਨ। ਮਨ ਦੇ ਅੰਦਰ ਜਿਹੜਾ ਅਭਿਮਾਨ ਹੰਕਾਰ ਬੈਠਾ ਹੋਇਆ ਨਾ ਪੁਰਾਣਾ, ਉਹ ਮਨ ਦਾ ਹੰਕਾਰ ਚੂਕਾ ਦੂਰ ਹੋ ਗਿਆ। ਹਿਰਦਾ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ। ਹਿਰਦੇ ਦੇ ਅੰਦਰ ਇੰਨਾ ਪ੍ਰਕਾਸ਼ ਹੋਇਆ ਜਿਵੇਂ ਕਮਲ ਫੁੱਲ ਖਿੜ ਪਿਆ, ਮਨ ਖਿੜਿਆ ਹਰਿਆ ਬਾਗ। ਇਸ ਪ੍ਰਕਾਰ ਹਿਰਦਾ ਕਮਲ ਪ੍ਰਗਾਸਿਆ, ਖਿੜਿਆ ਕਮਲ ਫੁੱਲ ਜਿਵੇਂ ਖਿੜਦਾ, ਪ੍ਰਫੁੱਲਤ ਹੋ ਗਿਆ। ਲਾਗਾ ਸਹਿਜ ਧਿਆਨ। ਸਹਿਜੇ ਹੀ ਸੁਤੇ ਸਿੱਧ ਹੀ ਉਹਨਾਂ ਦਾ ਵਾਹਿਗੁਰੂ ਦੇ ਨਾਮ ਵਿੱਚ
ਗਿਆਨ ਵਿੱਚ ਧਿਆਨ ਲੱਗ ਗਿਆ। ਆਤਮ ਗਿਆਨ ਜਿਹੜਾ ਪ੍ਰਮਾਤਮਾ ਦੇ ਸਰੂਪ ਵਿੱਚ ਧਿਆਨ ਜੁੜ ਗਿਆ। ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ। ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ। ਮਨ ਨਿਰਮਲ ਹੋ ਗਿਆ ਹੈ। ਹਰੀ ਪਰਮਾਤਮਾ ਇਹ ਸਾਰੇ ਅਭੇਦ ਹੋ ਰਿਹਾ ਦਿਖਾਈ ਦਿੰਦਾ ਤੇ ਦਰਗਾਹ ਵਿੱਚ ਮਾਣ ਪਾਇਆ ਉਹਨਾਂ ਨੇ। ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ। ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਭਗਤੀ ਕਮਾਉਂਦੇ ਨੇ ਉਹ ਸੰਸਾਰ ਵਿੱਚ ਵਿਰਲੇ ਨੇ, ਟਾਵੇਂ ਟਾਵੇਂ ਨੇ। ਹੈਨ ਵਿਰਲੇ ਨਾਹੀਂ ਘੜੇ ਫੈਲ ਫੱਕੜ ਸੰਸਾਰ। ਸੰਸਾਰ ਵਿੱਚ ਉਹ ਵਿਰਲੇ ਕਈ ਕੇ ਨੇ। ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ। ਕੋਈ ਹਨ। ਹਉਮੈ ਮਮਤਾ ਮਾਰ ਕੇ ਹਰ ਰਾਖਿਆ ਔਰ ਤਾਰ। ਉਹਨਾਂ ਨੇ ਆਪਣੇ ਅੰਦਰੋਂ ਹੰਗਤਾ ਤੇ ਮਮਤਾ, ਪਦਾਰਥਾਂ ਵੱਲ ਵੇਖ ਕੇ ਲਲਚਾਉਣਾ, ਸੋ ਮਮਤਾ ਮੇਰ ਪਕੜ ਜਿਹੜੀ ਹੈ, ਇਹ ਦੋਵੇਂ ਚੀਜ਼ਾਂ ਨਾਲ ਮਾਰ ਲਈ। ਮਾਇਆ ਦੇ ਦੋ ਹੀ ਪ੍ਰਭਾਵ ਨੇ, ਹੰਗਤਾ ਤੇ ਮਮਤਾ। ਮਮਤਾ ਪਕੜ ਹੈ ਪਹਿਲਾਂ, ਜਦੋਂ ਕੋਲ ਹੋਈ ਤੇ ਉਹਦੇ ਨਾਲ ਜੁੜ ਗਿਆ ਚਿੱਤ ਵੀ ਇਹ ਮੇਰਾ ਹੈ, ਮੇਰਾ ਮੇਰਾ, ਤੇ ਫਿਰ ਉਹਦਾ ਹੰਕਾਰ ਪੈਦਾ ਹੋਇਆ ਤੇ ਮੇਰੇ ਕੋਲ ਬੜਾ ਕੁਛ, ਆਹ ਚੀਜ਼ ਮੇਰੀ। ਇਹ ਹੰਗਤਾ ਮਮਤਾ ਨੂੰ ਮਾਰ ਕੇ ਉਹਨਾਂ ਨੇ ਹਰੀ ਵਾਹਿਗੁਰੂ ਪਰਮਾਤਮਾ ਨੂੰ ਔਰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ। ਭਾਵ ਵਾਹਿਗੁਰੂ ਵਾਹਿਗੁਰੂ ਨਾਮ ਹੀ ਉਹਨਾਂ ਹਿਰਦੇ 'ਚ ਟਿਕਾਇਆ ਹੋਇਆ। ਹਉ ਤਿਨਕੈ ਬਲਿਹਾਰਣਾ ਜਿਨ੍ਹਾਂ ਨਾਮੇ ਲੱਗਾ ਪਿਆਰ। ਹਜ਼ੂਰ ਕਹਿੰਦੇ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਲੱਗ ਗਿਆ ਹੈ, ਅੰਦਰ ਪ੍ਰੇਮ ਬਣ ਗਿਆ ਹੈ, ਭਾਵਨਾ ਬਣ ਗਈ ਹੈ। ਇੱਕ ਤਾਂ ਹੈ ਨਾ ਉਤੋਂ ਮਜਬੂਰੀ ਵਸ ਨਿਤਨੇਮ ਕਰਨਾ, ਉਦੋਂ ਵੀ ਚਿੱਤ ਵਿੱਚ ਹੋਰ ਖਿਆਲ ਬਣੇ ਰਹਿੰਦੇ, ਅੰਦਰ ਦਾ ਲਗਾਓ ਨਹੀਂ ਕੋਈ। ਇਹ ਉੱਪਰਲੇ ਦਰਜੇ, ਹੇਠਲਾ ਜਿਹੜਾ ਦਰਜਾ ਨਾ ਮਤਲਬ ਸੁਧਾਰਨ, ਇਹ ਉੱਥੋਂ ਤੱਕ ਅਵਸਥਾ। ਤੇ ਜਦੋਂ ਅੰਦਰ ਪ੍ਰੇਮ ਬਣ ਜਾਏ ਫਿਰ ਤਾਂ ਨਾਮ ਛੱਡਣ ਨੂੰ ਚਿੱਤ ਨਹੀਂ ਕਰੇਗਾ ਕਿਸੇ ਦਾ। ਜਿਨ੍ਹਾਂ ਦਾ ਨਾਮ ਨਾਲ ਪਿਆਰ ਲੱਗ ਗਿਆ, ਹਜ਼ੂਰ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਔਰ ਸਹੀ ਸੁਖੀਏ ਚੌਂ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ। ਹਜ਼ੂਰ ਕਹਿੰਦੇ ਨੇ ਭਈ ਜੇ ਸੁਖ ਲੱਭਦੇ ਹੋ ਨਾ, ਤਾਂ ਜੇ ਆਤਮ ਕੋ ਸੁਖ 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 ਨਿਤ ਲੋੜੋ ਤੋ ਸਤਿਗੁਰ ਚਰਨ ਰਵੀਜੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਹੀ ਸੁਖੀਏ, ਉਹੀ ਜੀਵ ਸੁਖੀਏ ਨੇ, ਸੁਖ ਦੇ ਸਾਧ ਨੇ। ਯੁੱਗ ਭਾਵੇਂ ਕੋਈ ਹੋਵੇ, ਸਤਯੁਗ ਤ੍ਰੇਤਾ ਦੁਆਪਰ ਕਲਯੁਗ ਕੋਈ ਵੀ, ਚੌਂ ਜੁਗੀ ਸਦਾ ਲਈ ਹਮੇਸ਼ਾ ਹਮੇਸ਼ਾ ਲਈ ਉਹ ਜੀਵ ਸੁਖੀ ਨੇ ਜਿਨ੍ਹਾਂ ਨਾਮ ਅਖੁੱਟ ਅਪਾਰ। ਜਿਨ੍ਹਾਂ ਨੂੰ ਉਹ ਪ੍ਰਮਾਤਮਾ ਦਾ ਨਾਮ ਮਿਲ ਗਿਆ ਜਿਹੜਾ ਅਖੁੱਟ ਅਮੁੱਕ ਹੈ ਤੇ ਅਪਾਰ ਬੇਅੰਤ ਹੈ। ਪ੍ਰਮਾਤਮਾ ਦਾ ਨਾਮ ਐਸਾ ਹੈ ਕਿ ਇਹ ਬਹੁਤ ਜ਼ਿਆਦਾ ਅਮੁੱਕ ਹੈ, ਭਾਵ ਕਿ ਮੁੱਕਣ ਵਾਲਾ ਨਹੀਂ, ਸਦਾ ਲਈ ਅਮੁੱਕ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁਕੇ। ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਜਿਹੜਾ ਸੰਸਾਰੀ ਧਨ ਹੈ, ਜਿੰਨਾ ਮਰਜ਼ੀ ਖਜ਼ਾਨੇ ਭਰੇ ਹੋਣ, ਜੇ ਉੱਥੋਂ ਕੱਢ ਵਰਤਾਈ ਜਾਏ ਕੋਈ ਤੇ ਚਿੰਤਾ ਲੱਗੀ ਰਹੇਗੀ ਵੀ ਇੱਕ ਦਿਨ ਮੁੱਕ ਜਾਏਗਾ ਭਾਈ। ਪਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਐਸਾ ਹੈ ਕਿ ਜਿੰਨਾ ਉਸ ਦੀ ਅੱਗੇ ਪ੍ਰੇਰਨਾ ਕਰੀਏ, ਜਿੰਨਾ ਵੰਡੀਏ, ਤਿਵੇਂ ਤਿਵੇਂ ਉਹ ਵੱਧਦਾ ਹੈ। ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਜਿਨ੍ਹਾਂ ਦੇ ਹਿਰਦੇ 'ਚ ਅਖੁੱਟ ਅਮੁੱਕ ਤੇ ਅਪਾਰ ਬੇਅੰਤ ਨਾਮ ਦਾ ਖਜ਼ਾਨਾ ਹੈ, ਉਹ ਚੌਂ ਯੁੱਗਾਂ ਵਿੱਚ ਹੀ ਸੁਖੀ ਹਨ, ਸਾਰੇ ਸਮਿਆਂ ਵਿੱਚ। ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ। ਪ੍ਰਸ਼ਨ ਉੱਠਦਾ ਵੀ ਮਹਾਰਾਜ ਇਹ ਨਾਮ ਕਿੱਥੋਂ ਪ੍ਰਾਪਤ ਕਰੀਏ? ਤਾਂ ਸਤਿਗੁਰੂ ਕਹਿੰਦੇ ਨੇ ਪੂਰੇ ਸਤਿਗੁਰੂ ਨੂੰ ਮਿਲਣ ਨਾਲ। ਹੁਣ ਮਿਲਣਾ ਤੇ ਭੀਮ ਚੰਦ ਰਾਜਾ ਜਿਹੜਾ ਸੀ ਕਹਿਲੂਰੀਆ, ਗੁਰੂ ਗੋਬਿੰਦ ਸਿੰਘ ਨੂੰ ਮਿਲਦਾ ਸੀ ਆ ਕੇ, ਪਰ ਉਹਨਾਂ ਦੇ ਅੰਦਰ ਸੱਚੀ ਭਾਵਨਾ ਹੈ ਨਹੀਂ ਸੀ। ਜੇ ਭਾਵਨਾ ਹੁੰਦੀ ਫਿਰ ਸ਼ਸਤਰ ਹਥਿਆਰ ਲੈ ਕੇ, ਫੌਜਾਂ ਲੈ ਕੇ ਚੜ੍ਹ ਕੇ ਨਾ ਆਉਂਦੇ ਸਤਿਗੁਰਾਂ ਤੇ। ਪਹਾੜੀਏ ਰਾਜੇ ਮਿਲਦੇ ਸਨ, ਮੱਥੇ ਵੀ ਟੇਕ ਜਾਂਦੇ ਸੀ। ਸੋ ਇਸ ਪ੍ਰਕਾਰ ਗੁਰੂ ਨੂੰ ਮਿਲਣਾ ਅੰਦਰੋਂ। ਹਜ਼ੂਰ ਦਾ ਇੱਕ ਭਜਨ ਹੈ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਅੰਤਰ ਆਤਮੇ, ਅੰਦਰੋਂ ਜਿਹੜਾ ਮਿਲਿਆ ਹੋਏ, ਸੋ ਉਹਨੂੰ ਮਿਲਿਆ ਹੋਇਆ ਕਹੀਦਾ ਹੈ। ਸੋ ਇਸ ਪ੍ਰਕਾਰ ਹਜ਼ੂਰ ਇੱਥੇ ਕਹਿ ਰਹੇ ਨੇ ਕਿ ਗੁਰੂ ਨੂੰ ਮਿਲਣ ਕਰਕੇ ਗੁਰੂ ਪਾਸੋਂ ਨਾਮ ਦੀ ਪ੍ਰਾਪਤੀ ਕਰੀਦੀ ਹੈ। ਚੂਕੈ ਮੋਹ ਪਿਆਸ, ਤੇ ਹਿਰਦੇ ਵਿੱਚੋਂ ਜਿਹੜਾ ਮੋਹ ਹੈ ਨਾ ਸੰਸਾਰ ਨਾਲ, ਉਹ ਤੇ ਪਦਾਰਥਾਂ ਦੀ ਪਿਆਸ ਭਾਵ ਤ੍ਰਿਸ਼ਨਾ, ਇਹ ਦੋਵੇਂ ਚੂਕੈ ਦੂਰ ਹੋ ਜਾਂਦੇ ਹਨ। ਮੋਹ ਵੀ ਨਹੀਂ ਰਹਿੰਦਾ, ਨਾ ਆਪਣੇ ਸਰੀਰ ਨਾਲ, ਨਾ ਹੋਰ ਸੰਬੰਧੀਆਂ ਦੇ ਸਰੀਰਾਂ ਨਾਲ, ਤੇ ਨਾ ਪਦਾਰਥਾਂ ਦੀ ਪਿਆਸ ਤ੍ਰਿਸ਼ਨਾ ਰਹਿ ਜਾਂਦੀ।
ਹਰ ਸੇਤੀ ਮਨ ਰਵ ਰਹਿਆ। ਹਰੀ ਪ੍ਰਮਾਤਮਾ ਦੇ ਨਾਲ ਹੀ ਮਨ ਅਭੇਦ ਹੋਇਆ ਰਹਿੰਦਾ। ਘਰ ਹੀ ਮਾਹੇ ਉਦਾਸ। ਭਾਵੇਂ ਉਹ ਘਰ 'ਚ ਹੀ ਵਸਦਾ ਹੋਵੇ ਗੁਰਮੁਖ, ਉਹ ਘਰ ਦੇ ਅੰਦਰ ਹੀ ਸੰਸਾਰ ਤੋਂ ਉਪਰਾਮ ਰਹਿੰਦਾ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝਾਓ, ਮਨ ਹੀ ਮਾਹੇ ਉਦਾਸਾ। ਇਹ ਜਿਹੜੇ ਘੁੱਗ ਵਸਦੇ ਗ੍ਰਾਂ ਨਗਰ ਖੇੜੇ ਹਨ ਨਾ, ਘਰ-ਬਾਰ, ਇਹ ਬਣ ਜੰਗਲ ਵਰਗੇ ਸਮਝ ਲਓ। ਅੰਦਰੋਂ ਸਮਝ ਲਏ ਮਨ ਨੂੰ ਤੁਹਾਡਾ ਜੰਗਲ 'ਚ ਹੀ ਵਾਸਾ ਹੈ। ਇਹ ਸੰਸਾਰ ਤਾਂ ਜੰਗਲ ਹੀ ਹੈ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ। ਇਹ ਬੜਾ ਭਿਆਨਕ ਡਰਾਉਣਾ ਉਦਿਆਨ ਉਜਾੜ ਬੀਆਬਾਨ ਜੰਗਲ ਹੈ, ਜਿਹਨੂੰ ਨਗਰ ਕਰਕੇ ਮੰਨ ਲਿਆ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣੇ। ਸਾਰੀ ਜਿਹੜੀ ਸਮੱਗਰੀ ਹੈ ਧਨ ਪਦਾਰਥ, ਇਹ ਝੂਠੀ ਸੀ। ਜੇਤੀ ਸਮੱਗਰੀ ਦੇਖੋ ਰੇ ਨਾ ਤਿਤੀ ਹੀ ਛੱਡ ਜਾਣੀ। ਸੋ ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਕਿ ਮਨ ਹੀ ਮਨ ਅੰਦਰ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਘਰ ਵਿੱਚ ਹੀ ਰਹਿੰਦੇ ਉਦਾਸ ਹੋ ਗਏ ਗੁਰਮੁਖ। ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਿਹਾਰੈ ਜਾਸ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਨਾਮ ਸਿਮਰਦਿਆਂ ਹੋਇਆਂ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਸਵਾਦ ਆ ਗਿਆ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ। ਹਜ਼ੂਰ ਕਹਿੰਦੇ ਨੇ ਇਹ ਦਾਤ ਵੀ ਸੱਚੇ ਨਾਮ ਦੀ, ਜੋ ਸੱਚਾ ਨਾਮ ਗੁਣਾਂ ਦਾ ਖਜ਼ਾਨਾ ਹੈ, ਇਹ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੁਆਰਾ ਹੀ ਪ੍ਰਾਪਤ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਦਾ ਸੱਚਾ ਨਾਮ ਗੁਣਾਂ ਦਾ ਖਜ਼ਾਨਾ, ਇਹ ਪਰਮਾਤਮਾ ਜੋ ਨਦਰੀ ਹੈ ਨਾ, ਨਦਰ ਕਰਨ ਵਾਲਾ, ਉਹਦੀ ਨਜ਼ਰ ਦੁਆਰਾ ਹੀ ਇਹ ਖਜ਼ਾਨਾ ਪਾਇਆ ਜਾਂਦਾ ਹੈ, ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਟੇਕ ਵਾਹਿਗੁਰੂ ਜੀ ਦੀ ਬਖਸ਼ਿਸ਼ 'ਤੇ ਰੱਖਣੀ ਚਾਹੀਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ, ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ। ਜਿਹੜੇ ਜੀਵ ਬਹੁਤੇ ਭੇਖ ਬਣਾਉਂਦੇ ਨੇ ਤੇ ਮਨ ਤੇ ਹਿਰਦੇ ਦੇ ਅੰਦਰ ਵੀ ਕਪਟ ਦੀ ਛਲ ਦੀ ਹੀ ਕਮਾਈ ਕਰਦੇ ਨੇ, ਉਹ ਭਰਮਦੇ ਭਟਕਦੇ ਫਿਰਦੇ ਨੇ। ਆਪਣੇ ਆਪ ਨੂੰ ਭਰਮਾਉਣ ਵਾਲੀ ਗੱਲ ਹੀ ਹੈ। ਆਮ ਤੌਰ ਤੇ ਲੋਕਾਂ ਨੂੰ ਭਰਮਾਉਂਦੇ ਨੇ ਨਾ। ਹਜ਼ੂਰ ਨੇ ਕਿਹਾ ਹੈ ਕਿ ਜਿਹੜੇ ਲੋਕ ਸੰਸਾਰ ਦੇ ਅੰਦਰ ਭੇਖ ਧਾਰ ਕੇ ਵਿਚਰਦੇ ਨੇ, ਦਸਮ ਪਾਤਸ਼ਾਹ ਨੇ ਕਿਹਾ ਹੈ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀਨ। ਸੋ ਇਸ ਪ੍ਰਕਾਰ ਬਹੁਤੇ ਭੇਖ ਧਾਰਨੇ, ਵਿਖਾਵਾ ਕਰਨਾ, ਤੇ ਹਿਰਦੇ ਦੇ ਅੰਦਰ ਵੀ ਹਿਰਦਾ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਣੀ। ਸੋ ਇਸ ਪ੍ਰਕਾਰ ਇਹ ਪਾਣੀ ਰਿੜਕਣ ਵਾਲੀ ਗੱਲ ਹੈ। ਵਿਖਾਵੇ ਦਾ ਲਿਬਾਸ ਤਾਂ ਧਾਰ ਲੈਣਾ, ਕਰਨੀ ਕੋਈ ਹੋਣੀ ਨਾ। ਤਾਂ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨ ਤੇ ਹਿਰਦੇ ਅੰਦਰ ਕਪਟ ਦੀ ਛਲ ਦੀ ਕਮਾਈ ਕਰਦੇ ਨੇ। ਮਹਾਰਾਜ ਨੇ ਕਿਹਾ ਹੈ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ, ਜਿਨਾ ਅੰਤਰ ਕਪਟ ਵਿਕਾਰ ਹੈ ਤਿਨ ਰੋਏ ਕਿਆ ਕੀਜੈ। ਭਾਵੇਂ ਬਾਹਰੀ ਤੌਰ ਤੇ ਰੋ ਕੇ ਵਿਖਾਉਣ। ਜਿਵੇਂ ਹਿੰਦੁਸਤਾਨ ਦੇ ਅੰਦਰ ਕੁਝ ਲੋਕ ਸਨੁਕੜਾ ਤੇ ਬੋੜ ਦਾ ਦੁੱਧ ਵਰਤ ਕੇ ਕੇਸਾਂ ਦੇ ਨਾਲ ਜੋੜ ਕੇ ਲੰਮੀਆਂ ਜੜਾਵਾਂ ਬਣਾ ਕੇ ਵਿਖਾਉਣੀਆਂ, ਤੇ ਨੇਤਰਾਂ ਦੇ ਵਿੱਚ ਤੇਲ ਪਾ ਕੇ, ਦਸਮ ਪਾਤਸ਼ਾਹ ਨੇ ਕਿਹਾ, ਆਂਖਨ ਭੀਤਰ ਤੇਲ ਕੋ ਡਾਰ ਕੇ ਲੋਗਨ ਨੀਰ ਬਹਾਏ ਦਿਖਾਵੇਂ। ਸੋ ਇਸ ਪ੍ਰਕਾਰ ਲੋਕਾਂ ਨੂੰ ਪਾਣੀ ਵਗਦਾ ਵਿਖਾਉਣਾ ਵੀ ਮੈਂ ਰੋ ਰਿਹਾ, ਬਰਾਗ ਕਰਦਾ ਵਿਖਾਵੇ ਦਾ। ਸੋ ਇਸ ਪ੍ਰਕਾਰ ਉਹ ਕਿਸੇ ਅਰਥ ਨਹੀਂ ਹੈ। ਲੋਕਾਂ ਨੂੰ ਭਰਮਾਉਣ ਦਾ ਯਤਨ ਕਰਨ ਵਾਲੇ ਲੋਕ ਆਪਣੇ ਆਪ ਨੂੰ ਭਰਮਾ ਰਹੇ ਨੇ, ਭਰਮ ਵਿੱਚ ਪਾ ਰਹੇ ਨੇ, ਭਟਕਣਾ 'ਚ ਪਾ ਰਹੇ ਨੇ। ਹਰ ਕਾ ਮਹਿਲ ਨਾ ਪਾਵੇ ਮਰ ਵਿਸ਼ਟਾ ਮਾਹੇ ਸਮਾਏ। ਹਰੀ ਦਾ ਮਹਿਲ ਟਿਕਾਣਾ ਸਰੂਪ ਨਹੀਂ ਪ੍ਰਾਪਤ ਕਰ ਸਕਦੇ, ਗਿਆਨ ਨਹੀਂ ਪ੍ਰਾਪਤ ਕਰ ਸਕਦੇ, ਤੇ ਮਰ ਕੇ ਵਿਸ਼ਟਾ ਜਿਹੜੀ ਗੰਦਗੀ ਹੈ ਵਿਕਾਰਾਂ ਦੀ, ਉਹਨਾਂ ਵਿੱਚ ਹੀ ਸਮਾ ਜਾਣਗੇ। ਉਹ ਲੋਕ, ਉਹ ਜੀਵ ਹਰੀ ਦੇ ਮਹਿਲ ਨੂੰ ਪ੍ਰਾਪਤ ਨਹੀਂ ਕਰੇਗਾ, ਮਰ ਕੇ ਵਿਸ਼ਟਾ ਗੰਦਗੀ ਵਿੱਚ ਹੀ ਸਮਾਇਆ ਰਹੇਗਾ। ਜਿਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰੂਸਰ ਮਹਾਰਾਜ ਵਾਲਾ ਤੀਜਾ ਜੰਗ ਸਤਿਗੁਰਾਂ ਨੇ ਇਹ ਫਤਿਹ ਕੀਤਾ ਆਪਣੇ ਜੀਵਨ ਦੌਰਾਨ, ਜਿਹੜੇ 4 ਜੰਗ ਲੜੇ ਉਹਨਾਂ ਦਾ ਤੀਜਾ ਜੰਗ ਸੀ। ਇੱਥੇ 35,000 ਫੌਜ ਚੜ੍ਹ ਕੇ ਆਈ ਸੀ ਤੇ 34,000 ਮਾਰੇ ਗਏ, 1,000 ਦੌੜੇ ਸਨ। ਤੇ ਫਿਰ ਉਦੋਂ ਬਾਅਦ ਸਤਿਗੁਰੂ ਜੀ ਬਾਹਰ ਸੈਰ ਨੂੰ ਚੜ੍ਹੇ, ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਸੀ, ਤੇ ਇੱਕ ਉਜਾੜ ਵਿੱਚ
ਲਧਾਈ ਕੇ ਨਗਰ ਦੇ ਬਾਹਰ ਉਸ ਉਜਾੜ ਵਿੱਚ ਬੜਾ ਵੱਡਾ ਸੱਪ ਆ ਰਿਹਾ ਸੀ। ਤਾਂ ਉਸ ਵੇਲੇ ਸਿੱਖਾਂ ਨੇ ਕਿਹਾ, ਮਹਾਰਾਜ ਸੱਪ ਆਉਂਦਾ। ਹਜ਼ੂਰ ਕਹਿੰਦੇ ਸ਼ਰਨ ਆਉਂਦਾ ਤੇ ਆਉਣ ਦਿਓ। ਤਾਂ ਸਤਿਗੁਰੂ ਨੇ ਘੋੜਾ ਥੰਮਿਆ ਤੇ ਘੋੜੇ ਤੋਂ ਉਤਰ ਕੇ ਖਲੋ ਗਏ। ਸਿੱਖ ਵੇਖਦੇ ਸੀ ਉਹ ਸੱਪ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਆਪਣੀ ਫਨ ਹੇਠਾਂ ਸੁੱਟ ਦਿੱਤੀ, ਲੰਮਾ ਪੈ ਗਿਆ ਜਿਵੇਂ ਕੋਈ ਬੇਨਤੀ ਕਰ ਰਿਹਾ। ਤਾਂ ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਜੋੜਾ ਛੁਆਇਆ ਤੇ ਉਹਦਾ ਸਰੀਰ ਫਟ ਗਿਆ, ਵਿੱਚ ਕਿਰਮ ਪਏ ਹੋਏ ਸੀ। ਭਾਈ ਬਿਧੀ ਚੰਦ ਨੇ ਪੁੱਛਿਆ, ਮਹਾਰਾਜ ਇਹ ਕਿਹਦੀ ਕਲਿਆਣ ਆਪ ਜੀ ਕਰ ਰਹੇ ਹੋ? ਤਾਂ ਹਜ਼ੂਰ ਕਹਿੰਦੇ, ਹੁਣੇ ਵਿਖਾਉਂਦੇ ਆ ਬਿਧੀ ਚੰਦਾ। ਫਿਰ ਉੱਥੇ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਵਿੱਚ ਆਕਾਰ ਬਣਿਆ ਇੱਕ ਬੰਦੇ ਵਰਗਾ। ਤਾਂ ਉਹਨੇ ਕਿਹਾ ਵੀ ਮਹਾਰਾਜ ਮੈਂ ਇਸ ਇਲਾਕੇ ਦਾ ਵਿਦਵਾਨ ਬ੍ਰਾਹਮਣ ਸੀ ਤੇ ਨਾ ਮੈਂ ਆਪ ਬੰਦਗੀ ਕਰਦਾ ਸੀ ਜਪ ਤਪ, ਨਾ ਆਪਣੇ ਚੇਲਿਆਂ ਤੋਂ ਕਰਾਉਂਦਾ ਸੀ। ਮੈਂ ਸਮਝਦਾ ਸੀ ਅਸੀਂ ਬ੍ਰਾਹਮਣ 4 ਯੁੱਗਾਂ ਤੋਂ ਗੁਰੂ ਹੀ ਹਾਂ, ਅਸੀਂ ਬ੍ਰਹਮਾ ਦੇ ਮੁਖ 'ਚੋਂ ਪੈਦਾ ਹੋਏ ਹਾਂ ਤੇ ਅਸੀਂ ਜਵੇਂ ਪੂਜਾ ਕਰਾਉਣ ਵਾਸਤੇ ਹਾਂ। ਤੇ ਇਸ ਪ੍ਰਕਾਰ ਆ ਜਿਹੜੇ ਕਿਰਮ ਪਏ ਮੇਰੇ ਸਰੀਰ 'ਚ ਸਾਰੇ ਮੇਰੇ ਚੇਲੇ ਸੀ। ਇਹ ਪੂਜਾ ਧਾਨ ਲਿਆ ਮੈਨੂੰ ਖਵਾਉਂਦੇ ਰਹੇ ਤੇ ਮੈਂ ਮਰ ਕੇ ਸੱਪ ਦੀ ਜੂਨ 'ਚ ਪੈ ਗਿਆ। ਮੇਰਾ ਧਿਆਨ ਧਰਨ ਕਰਕੇ ਇਹ ਕਿਰਮ ਬਣ ਗਏ। ਇਹ ਹੁਣ ਮੇਰਾ ਮਾਸ ਬੋਟੀਆਂ ਖਾ ਰਹੇ ਸੀ ਤੇ ਮਹਾਰਾਜ ਪਤਾ ਨਹੀਂ ਕਿਹੜਾ ਮੇਰਾ ਕਰਮ ਜਾਗਿਆ, ਤੁਹਾਡੇ ਦਰਸ਼ਨ ਹੋ ਗਏ ਤੇ ਤੁਸੀਂ ਮਹਾਰਾਜ ਇਹਨਾਂ ਦੀ ਵੀ ਕਲਿਆਣ ਕਰ ਦਿਓ। ਤਾਂ ਉਸ ਵੇਲੇ ਸਤਿਗੁਰਾਂ ਕਿਹਾ ਸੀ, ਵੇਖ ਭਾਈ ਬਿਧੀ ਚੰਦਾ ਹੈ, ਜਿਹੜੇ ਝੂਠੇ ਲੋਕ ਭੇਖੀ ਦੰਭੀ ਪਖੰਡੀ ਆਪਣੀ ਪੂਜਾ ਕਰਾਉਂਦੇ ਰਹਿੰਦੇ ਆ, ਨਾ ਬੰਦਗੀ ਕਰਦੇ ਹਨ, ਨਾ ਹੋਰਨਾਂ ਤੋਂ ਕਰਾਉਂਦੇ ਨੇ ਤੇ ਗੁਰੂ ਬਣ ਕੇ ਪੂਜਾ ਕਰਾਉਂਦੇ ਆ। ਇਹ ਹਾਲਤ ਫਿਰ ਹੁੰਦੀ ਹੈ। ਇਸ ਪ੍ਰਕਾਰ ਫਿਰ ਉਹ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਮਰ ਵਿਸ਼ਟਾ ਮਾਹੇ ਸਮਾਏ। ਹਜ਼ੂਰ ਕਹਿੰਦੇ ਮਰ ਕੇ ਗੰਦਗੀ ਵਿੱਚ ਹੀ ਸਮਾਉਂਦੇ ਹਨ। ਮਨ ਰੇ ਗ੍ਰਹਿ ਮਾਹੇ ਉਦਾਸ, ਹੇ ਮੇਰੇ ਮਨਾ ਗ੍ਰਹਿ ਘਰ ਦੇ ਅੰਦਰ ਹੀ ਰਹਿੰਦਾ ਹੋਇਆ ਤੂੰ ਸੰਸਾਰ ਤੋਂ ਉਪਰਾਮ ਬਿਰਤੀ ਧਾਰਨ ਕਰ। ਇਹ ਸੱਚਾ ਨਹੀਂ, ਸਾਰਾ ਕੁਝ ਝੂਠਾ ਹੈ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਜਿਸ ਗੁਰਮੁਖ ਨੂੰ ਗੁਰਾਂ ਦੇ ਸਨਮੁਖ ਹੋਣ ਕਰਕੇ ਅੰਦਰ ਪ੍ਰਗਾਸ਼ ਚਾਨਣ ਹੋ ਜਾਂਦਾ ਹੈ, ਉਹ ਸੱਚ ਦਾ ਧਾਰਨੀ ਬਣਦਾ ਹੈ। ਵਾਹਿਗੁਰੂ ਸੱਚ ਸਰੂਪ ਹੈ, ਸੱਚ ਨਾਲ ਜੁੜਦਾ ਤੇ ਸੰਜਮ ਸਵੈ ਕਾਬੂ ਆਪਣੇ ਮਨ ਤੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਦਾ ਹੈ ਤੇ ਸਤਿਗੁਰੂ ਦੀ ਦੱਸੀ ਭਗਤੀ ਰੂਪੀ ਕਰਨੀ ਨੂੰ, ਸਿਮਰਨ ਰੂਪੀ ਕਰਨੀ ਨੂੰ ਉਹ ਕਰਦਾ ਹੈ। ਰਹਾਓ ਗੁਰ ਕੈ ਸ਼ਬਦ ਮਨ ਜੀਤਿਆ। ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਪਹਿਲਾ ਮਨ ਕਿਸੇ ਵੱਲੋਂ ਕੋਈ ਬੋਲ ਬੋਲਿਆ ਜਾਂਦਾ ਸੀ ਉਹਦਾ ਪ੍ਰਤੀਕਰਮ ਕਰਦਾ ਸੀ, ਕਿਸੇ ਵੱਲੋਂ ਨਿੰਦਿਆ ਹੁੰਦੀ ਸੀ ਫਿਰ ਵੀ ਨਾਰਾਜ਼ ਹੁੰਦਾ ਸੀ ਔਰ ਇਸ ਪ੍ਰਕਾਰ ਹੰਕਾਰ ਕਰਦਾ ਸੀ, ਪਦਾਰਥਾਂ ਦਾ ਦੁਨੀਆ ਦੀਆਂ ਗੱਲਾਂ 'ਚ ਲੱਗਾ ਰਹਿੰਦਾ ਸੀ। ਪਹਿਲਾ ਮਨ ਇਸ ਤਰ੍ਹਾਂ ਸੰਸਾਰੀ ਸੀ ਤੇ ਗੁਰੂ ਦੇ ਸ਼ਬਦ ਨਾਲ ਜੁੜਨ ਕਰਕੇ ਮਨ ਜਿੱਤ ਲਿਆ ਹੈ। ਗਤ ਮੁਕਤ ਘਰੈ ਮੈਂ ਪਾਏ। ਜਿਸ ਨੇ ਮਨ ਜਿੱਤ ਲਿਆ ਉਹਨੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ, ਮੁਕਤ ਵਿਕਾਰਾਂ ਤੋਂ ਖਲਾਸੀ। ਗਤ ਉੱਚੀ ਅਵਸਥਾ ਤੇ ਮੁਕਤੀ ਭਾਵ ਆਜ਼ਾਦੀ ਸੁਤੰਤਰਤਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਇਹ ਦਾਤਾਂ ਘਰ ਵਿੱਚ ਰਹਿ ਕੇ ਪ੍ਰਾਪਤ ਕਰ ਲਈਆਂ। ਘਰੈ ਮਹਿ ਪਾਏ। ਕਿਤੇ ਜੰਗਲਾਂ 'ਚ ਗੁਫਾਵਾਂ 'ਚ ਭਟਕਣਾ ਭਰਮਣਾ ਨਹੀਂ ਪਿਆ। ਹਰਿ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਜੇ ਵਾਹਿਗੁਰੂ ਕਿਰਪਾ ਕਰੇ ਸਤ ਸੰਗਤ ਵਿੱਚ ਮੇਲ ਦੇਵੇ, ਸਤ ਸੰਗਤ ਦੇ ਮੇਲ ਵਿੱਚ ਮਿਲਾ ਕੇ ਤੇ ਫਿਰ ਹਰੀ ਦਾ ਨਾਮ ਜੇ ਧਿਆਈਏ ਤਾਂ ਸਤ ਸੰਗਤ ਦੇ ਮੇਲ ਵਿੱਚ ਆਪਣੇ ਆਪ ਨੂੰ ਮਿਲਾ ਕੇ ਹਰੀ ਦੇ ਨਾਮ ਦਾ ਆਰਾਧਨ ਕਰਨਾ ਚਾਹੀਦਾ। ਜੇ ਲੱਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ। ਹਜ਼ੂਰ ਕਹਿੰਦੇ ਹੈ ਜੀਵ, ਜੇ ਤੂੰ ਕਾਮ ਵਾਸ਼ਨਾ ਵਿਕਾਰਾਂ ਦੇ ਅਧੀਨ ਹੋ ਕੇ ਤੇ ਤੈਨੂੰ ਸੁਤੰਤਰਤਾ ਹੋਵੇ, ਰਾਜਾ ਮਹਾਰਾਜਾ ਬਣ ਜਾਵੇਂ, ਜਿਵੇਂ ਰਾਜਿਆਂ ਦੀਆਂ ਅਨੇਕਾਂ ਰਾਣੀਆਂ ਹੁੰਦੀਆਂ ਸਨ, ਲੱਖਾਂ ਇਸਤਰੀਆਂ ਨਾਲ ਜੇ ਤੂੰ ਸੇਜ ਭੋਗ ਲਵੇਂ, ਨਵਖੰਡ ਰਾਜ ਕਮਾਹੇ ਤੇ ਨੌਖੰਡ ਰਾਜ ਮਤਲਬ ਸਾਰੀ ਧਰਤੀ ਦਾ ਰਾਜ ਵੀ ਜੇ ਕਮਾ ਲਵੇਂ, ਬਿਨ ਸਤਿਗੁਰ ਸੁਖ ਨਾ ਪਾਵੇ। ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਜੋਨੀ ਪਾਹੇ, ਫਿਰ ਦੁਬਾਰਾ ਜੂਨਾਂ ਵਿੱਚ ਤੈਨੂੰ ਪਾਇਆ ਜਾਏਗਾ, ਜੂਨਾਂ ਪ੍ਰਾਪਤ ਕਰੇਗਾ। ਫਿਰ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਸੋ ਇਸ ਤਰ੍ਹਾਂ ਇਹ ਪੌੜੀ ਤੋਂ ਜੇ ਖੁੰਝ ਗਿਆ ਨਾ, 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ। ਖੂਹ ਦੀਆਂ ਟਿੰਡਾਂ ਦੀ ਨਿਆਈ। ਫਿਰ ਦੁਬਾਰਾ ਜੂਨਾਂ ਵਿੱਚ ਫੇਰੇ ਪੈਣਗੇ।
ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ। ਜਿਨੇ ਸਤਿਗੁਰਾਂ ਦੀ ਚਰਣੀ ਆਪਣਾ ਚਿੱਤ ਲਾ ਲਿਆ ਹੈ, ਸਤਿਗੁਰੂ ਦੇ ਚਰਨ ਸ਼ਬਦ ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਧਿਓ ਪਾਲ। ਗੁਰਾਂ ਦੇ ਚਰਨਾਂ ਨਾਲ ਜਿਨ੍ਹਾਂ ਨੇ ਆਪਣਾ ਚਿੱਤ ਜੋੜ ਲਿਆ ਹੈ ਤੇ ਹਰੀ ਪ੍ਰਮਾਤਮਾ ਦੇ ਨਾਮ ਰੂਪੀ ਹਾਰ ਨੂੰ ਆਪਣੇ ਕੰਠ ਵਿੱਚ ਜਿਨ੍ਹਾਂ ਨੇ ਪਹਿਰਿਆ, ਕੰਠਾ ਭੂਖਣ ਬਣਾ ਕੇ ਹਿਰਦੇ ਰੂਪੀ ਗਲੇ ਅੰਦਰ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਹਾਰ ਪਹਿਨ ਲਿਆ, ਤਿੰਨਾਂ ਪਿਛਾ ਰਿੱਧ ਸਿੱਧ ਫਿਰੈ। ਪੈਸੇ ਧੇਲੇ ਤੇ ਪਦਾਰਥਾਂ ਖਾਣ ਵਾਲੇ ਪਦਾਰਥਾਂ ਪਿੱਛੇ ਦੁਨੀਆ ਭੱਜੀ ਫਿਰਦੀ ਹੈ ਨਾ, ਸਾਰੇ ਜੀਵ ਅਸੀਂ ਛੋਟੇ ਵੱਡੇ ਸਭ। ਪਰ ਜੇ ਕਿਸ ਦਾ ਚਿੱਤ ਜੁੜ ਜਾਏ, ਗੁਰੂ ਚਰਨਾਂ ਨਾਲ ਚਿੱਤ ਜੁੜ ਜਾਏ ਤੇ ਵਾਹਿਗੁਰੂ ਜੀ ਦੇ ਨਾਮ ਦਾ ਹੀਰਾ ਹਾਰ ਕੰਠ ਵਿੱਚ ਪਹਿਰ ਲਿਆ ਜਾਏ ਤਾਂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਪਦਾਰਥਾਂ ਪਿੱਛੇ ਪਾਗਲ ਹੋਇਆ ਫਿਰਦਾ ਜੀਵ, ਉਹ ਜਿਹੜੇ ਗੁਰਮੁਖ ਨੇ ਉਹਨਾਂ ਦੇ ਪਿੱਛੇ ਰਿੱਧੀ ਅੰਨ ਦੀ ਅਤੋੜਤਾ ਤੇ ਸਿੱਧੀ ਮਾਨਸਿਕ ਇਕਾਗਰਤਾ ਚੋਂ ਪੈਦਾ ਹੋਣ ਵਾਲੀਆਂ ਕਰਾਮਾਤੀ ਸ਼ਕਤੀਆਂ, ਇਹ ਸਾਰੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹਿ, ਇੱਕ ਸ਼ਬਦ ਲਿਵ ਲਾਏ, ਨਵ ਨਿਧੀ 18 ਹੈ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ। ਉਹਨਾਂ ਤਿਲ ਨਾ ਤਮਾਏ, ਪਰ ਉਹਨਾਂ ਗੁਰਮੁਖਾਂ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੁੰਦੀ ਵੀ ਇਹ ਮੇਰੇ ਕੋਲ ਆਉਣ, ਮੈਂ ਇਹਨਾਂ ਨੂੰ ਵਰਤਾਂ, ਲਾਲਚ ਹੋਵੇ, ਲਗਾਓ ਇਹਨਾਂ ਨਾਲ, ਐਸਾ ਹੁੰਦਾ ਨਹੀਂ। ਰਿੱਧੀ ਸਿੱਧੀ ਪਿੱਛੇ ਫਿਰੀ ਤੋਂ ਲੱਗੀ ਫਿਰਦੀ, ਪਿੱਛਾ ਲੱਗ ਚੱਲੀ ਮਾਇਆ। ਗਉ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਇਸ ਪ੍ਰਕਾਰ ਇੱਕ ਭਜਨ ਯਾਦ ਆਇਆ। ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਫਰਵਾਲ ਪਿੰਡ ਜ਼ਿਲ੍ਹਾ ਗੁਰਦਾਸਪੁਰ 'ਚ ਗਏ ਹੋਏ ਸਨ ਤੇ ਉੱਥੇ ਮਹਾਂਪੁਰਸ਼ਾਂ ਦੇ ਚੋਲੇ ਦੀ ਜੇਬ ਵਿੱਚ 5 ਤੇ 2 ਦੇ 2 ਨੋਟ ਫਟੇ ਹੋਏ ਸੀ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜਦੋਂ ਭੁਜੰਗੀ ਸਨ ਤੇ ਉਹਨਾਂ ਦੇ ਮਨ 'ਚ ਸ਼ੰਕਾ ਆਈ ਵੀ ਸੰਤਾਂ ਕੋਲ ਤਾਂ ਪੈਸਾ ਹੀ ਨਹੀਂ, ਬਾਹਰ ਨੂੰ ਤੁਰੇ ਜਾਂਦੇ ਸੀ ਬਾਣੀ ਸੁਣਦੇ, ਤਾਂ ਕਹਿਣ ਲੱਗੇ ਤੈਨੂੰ ਭੁਜੰਗਿਆ ਗਿਆ ਸੀ ਧਾਰੀਵਾਲੋਂ ਗਿਰੀਆਂ ਲੈ ਕੇ ਬਦਾਮਾਂ ਦੀਆਂ, ਤੂੰ ਗਿਆ ਨਹੀਂ, ਬੋਲਿਆ ਨਹੀਂ। ਫਿਰ ਤੀਜੀ ਵਾਰੀ ਫਿਰ ਕਹਿੰਦੇ ਤੂੰ ਬੋਲਦਾ ਨਹੀਂ ਹੋਏ। ਕਹਿੰਦੇ ਮੈਂ ਕਿਹਾ ਜੀ ਤੁਹਾਡੇ ਚੋਲੇ ਦੀ ਜੇਬ 7 ਰੁਪਏ ਉਹ ਵੀ ਫਟੇ ਹੋਏ ਤਾਂ ਤਾਂਗੇ ਵਾਲਾ ਕਿਰਾਇਆ ਵੀ ਨਹੀਂ ਲਵੇਗਾ, ਕਿਰਾਏ ਵਜੋਂ ਵੀ ਉਹ ਇਹ ਨੋਟ ਪ੍ਰਵਾਨ ਨਹੀਂ ਕਰੇਗਾ, ਤੇ ਤੁਹਾਡੀ ਜੇਬ 'ਚ ਪੈਸਾ ਕੋਈ ਨਹੀਂ, ਮੈਂ ਗਿਰੀਆਂ ਕਾਹਦੀਆਂ ਲਿਆਵਾਂ। ਤਾਂ ਮਹਾਂਪੁਰਸ਼ ਕਹਿੰਦੇ ਤੂੰ ਭੁਜੰਗੀਆ ਸਾਨੂੰ ਕੰਗਾਲ ਸਮਝਿਆ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤ ਹਾਂ, ਉਹ ਤਾਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹਨ। ਜਦੋਂ ਇੰਨਾ ਕਿਹਾ ਤੇ ਉਹਨਾਂ ਦੇ ਚੋਲੇ ਦੀਆਂ ਦੋਵੇਂ ਜੇਬਾਂ ਨੋਟਾਂ ਨਾਲ ਮਾਇਆ ਨਾਲ ਭਰ ਗਈਆਂ ਤੇ ਮਾਇਆ ਥੱਲੇ ਡਿੱਗਣ ਲੱਗ ਪਈ। ਨਵੇਂ ਨੋਟ ਜਿਵੇਂ ਹੁਣੇ ਛਪ ਕੇ ਆਏ ਹੋਣ। ਕਹਿੰਦੇ ਮੈਂ ਤਾਂ ਹਿੱਲ ਗਿਆ, ਇਹ ਮਾਇਆ ਕਿੱਥੋਂ ਆ ਗਈ। ਤਾਂ ਸੰਤ ਕਹਿੰਦੇ ਕਿੰਨੀ ਕੁ ਮਾਇਆ ਚਾਹੀਦੀ। ਕਹਿਣ ਲੱਗਾ ਜੀ 100 ਰੁਪਈਆ। ਕਹਿੰਦੇ ਫੜ ਜਾਂ ਫਿਰ ਉਹ ਫੌਜੀ ਨੂੰ ਸੱਦ ਕੇ ਲਿਆਏ, ਭਾਈ ਰਣਬੀਰ ਸਿੰਘ ਫੌਜੀ। ਉਦੋਂ ਮਹਿਤੇ ਗੁਰਦੁਆਰਾ ਸਾਹਿਬ ਬਣ ਰਿਹਾ ਸੀ ਤੇ ਉਹ ਉਹਦੀ ਨਿਗਰਾਨੀ ਵਿੱਚ ਬਣ ਰਿਹਾ ਸੀ, ਉਹ ਮਾਇਆ ਲੈਣ ਆਇਆ ਸੀ। ਤਾਂ ਕਹਿਣ ਲੱਗੇ ਫੌਜੀਆ ਕਿੰਨੀ ਕੁ ਮਾਇਆ ਚਾਹੀਦੀ। ਕਹਿੰਦਾ ਜੀ 4000 ਰੁਪਈਆ। ਕਹਿੰਦੇ ਆ ਲੱਛੋ ਆਈ ਹੁਣ ਜਿੰਨੀ ਚਾਹੀਦੀ ਕੱਢ ਲਾ ਜੇਬ 'ਚੋਂ। 4000 ਰੁਪਈਆ ਉਹਨੂੰ ਵੀ ਦਿੱਤਾ। ਤਾਂ ਫਿਰ ਜਦੋਂ ਸਿੰਘ ਮੁੜ ਪਿਆ ਤੇ ਕਹਿੰਦੇ ਜੇਬ ਨੂੰ ਹੱਥ ਲਾ ਕੇ ਕਹਿੰਦੇ ਮੈਂ ਤਾਂ ਇਸ ਕੁੱਤੀ ਨੂੰ ਕਹਿੰਦਾ ਟਿਕ ਕੇ ਬੈਠੀ ਰਹੋ, ਪਰ ਇਹ ਟਿਕ ਕੇ ਨਹੀਂ ਬਹਿੰਦੀ। ਇਹ ਅਵਸਥਾ ਰੱਬ ਦੇ ਪਿਆਰਿਆਂ ਦੀ। ਭਾਵ ਰਿੱਧੀ ਸਿੱਧੀ ਉਹਨਾਂ ਦੇ ਚਰਨਾਂ ਦੀ ਦਾਸੀ ਸੀ, ਪਰ ਇਹਦੇ ਬਾਵਜੂਦ ਵੀ ਜਦੋਂ ਮਹਿਤੇ ਗੁਰਦੁਆਰਾ ਸਾਹਿਬ ਬਣਿਆ ਸੀ ਤੇ ਬੰਬੇ ਕਲਕੱਤੇ ਦੇ ਟਰਾਂਸਪੋਰਟਰ ਜਿਹੜੇ ਸਿੱਖ ਸਨ ਉਹਨਾਂ ਕੋਲੋਂ ਉਧਾਰੀ ਮਾਇਆ ਲੈ ਕੇ ਵਰਤੀ ਸੀ। ਜਦੋਂ ਫਿਰ ਸੰਗਤਾਂ ਵੱਲੋਂ ਮਾਇਆ ਬਹੁਤ ਆ ਗਈ, ਉਹਨਾਂ ਨੂੰ ਸੱਦ ਕੇ ਕਹਿਣ ਲੱਗੇ ਜਿਹੜੀ ਮਾਇਆ ਤੁਹਾਡੇ ਕੋਲ ਲਈ ਨਾ ਉਧਾਰੀ, ਉਹ ਲੈ ਜਾਓ, ਗਿਣ ਗਿਣ ਕੇ ਦੇ ਦੇਣੇ, ਦੱਸੋ ਹਿਸਾਬ ਕਿਤਾਬ ਕਿੰਨਾ। ਕਹਿਣ ਲੱਗੇ ਹੱਥ ਜੋੜ ਕੇ ਵੀ ਮਹਾਂਪੁਰਸ਼ੋ ਜਦੋਂ ਦੀ ਤੁਸੀਂ ਸਾਡੇ ਕੋਲੋਂ ਮਾਇਆ ਲਈ ਗੁਰਦੁਆਰਾ ਸਾਹਿਬ ਵਾਸਤੇ, ਜਿਹਦਾ 1 ਟਰੱਕ ਸੀ ਦੇ 2 ਬਣ ਗਏ, ਜਿਹਦੇ 3 ਸੀ ਦੇ 5 ਬਣ ਗਏ, ਅਸੀਂ ਇਹ ਹੁਣ ਲੈਣੀ ਨਹੀਂ, ਮਾਇਆ ਗੁਰੂ ਸੇਵਾ 'ਚ ਲੱਗੀ ਰਹਿਣ ਦਿਓ। ਕਹਿਣ ਲੱਗੇ ਵੇਖ ਲਓ ਤੁਹਾਡੀ ਮਰਜ਼ੀ ਹੈ। ਸੋ ਇਸ ਪ੍ਰਕਾਰ ਤਿੰਨਾਂ ਪਿਛਾ ਰਿੱਧ ਸਿੱਧ ਫਿਰੈ। ਜਿਵੇਂ ਭਾਈ ਗੜੀਆ ਜੀ ਜੋੜਾ ਟੁੱਟਾ ਹੋਇਆ ਸੀ, ਪਰ ਕਮਾਈ ਇੰਨੀ ਸੀ, ਬਖਸ਼ਿਸ਼ ਏਡੀ ਸੀ ਸਤਿਗੁਰਾਂ ਦੀ ਕਿ ਥੇ ਨੂੰ ਮਿੱਟੀ ਨੂੰ ਸੋਨਾ ਬਣਾਤਾ। ਹੀਰੇ ਕੰਕਰਾਂ ਠੀਕਰਾਂ ਰੋਡ ਜਿਹੜੇ ਸੀ ਉਹ ਹੀਰੇ ਜਵਾਹਰਾਤ ਬਣਾਤੇ, ਠੀਕਰਾਂ ਤੇ ਕੰਕਰ ਤੇ ਰੋਡ। ਔਰ ਬੜਾ ਹੈਰਾਨ ਹੋਇਆ ਸੀ ਮੀਆਂ ਦੌਲਾ ਫਕੀਰ ਚਰਨਾਂ 'ਤੇ ਡਿੱਗ ਪਿਆ ਸੀ। ਸੋ ਇਸ ਪ੍ਰਕਾਰ ਇਉਂ ਗੁਰਮੁਖ ਪਿਆਰੇ 4 ਪਦਾਰਥ ਆਖੀਨ ਸਤਿਗੁਰ ਦੇ ਨਾ ਗੁਰਸਿੱਖ ਮੰਗੈ। ਗੁਰਸਿੱਖ ਦੀ ਤੇ ਇਹੋ ਜਿਹੀ ਅਵਸਥਾ ਕਿ ਸਤਿਗੁਰੂ ਕੋਲੋਂ ਉਹ ਮੰਗਦਾ ਕੁਛ ਨਹੀਂ, ਸਤਿਗੁਰੂ ਜੀ 4 ਪਦਾਰਥ ਆਪੇ ਬਖਸ਼ਦੇ ਨੇ। ਉਹਨਾਂ ਤਿਲ ਨਾ ਤਮਾਏ, ਉਹਨਾਂ ਨੂੰ ਤਿਲ ਜਿੰਨੀ ਵੀ ਤਮਾ ਇੱਛਾ ਨਹੀਂ ਹੈ। ਜੋ ਪ੍ਰਭ ਭਾਵੈ ਸੋ ਥੀਐ ਵਰਨਾ ਕਰਨਾ ਜਾਏ। ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ।
ਜੋ ਪ੍ਰਭੂ ਨੂੰ ਨਹੀਂ ਪੈਂਦਾ ਅਵਰ ਹੋਰ ਕੁਛ ਨਹੀਂ ਕੀਤਾ ਜਾ ਸਕਦਾ। ਜੋ ਰੱਬ ਨੂੰ ਨਹੀਂ ਪਾਉਂਦਾ ਉਹ ਨਹੀਂ ਕੀਤਾ ਜਾ ਸਕਦਾ। ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸਹਿਜ ਸੁਭਾਏ। ਸਤਿਗੁਰੂ ਕਹਿੰਦੇ ਨੇ ਕਿ ਤੁਹਾਡਾ ਇਹ ਦਾਸ ਜਨ ਇਹ ਤੁਹਾਡਾ ਨਾਮ ਲੈ ਲੈ ਕੇ ਜਿਉਂਦਾ ਹੈ। ਜੇ ਨਾਮ ਨਾ ਮਿਲੇ ਤਾਂ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ। ਹਰ ਦੇਵ ਹੋ ਸਹਿਜ ਸੁਭਾਏ। ਹੈ ਹਰੀ ਜੀ ਸਹਿਜੇ ਹੀ ਸੁਭਾਵਕ ਇਹ ਨਾਮ ਬਖਸ਼ ਦਿਓ। ਸਹਿਜ ਗਿਆਨ ਤੇ ਸੁਭਾਏ ਆਪਣਾ ਪ੍ਰੇਮ ਦੇ ਸਹਿਤ ਨਾਮ ਲੈਣਾ ਇਹ ਦਾਤ ਬਖਸ਼ ਦਿਓ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਤੀਜੇ ਪਾਤਸ਼ਾਹ ਜੀ ਅਗਲਾ ਸ਼ਬਦ ਪਹਿਲੇ ਘਰ ਸੁਰ ਤਾਲ ਅੰਦਰ ਉਚਾਰਨ ਕਰਦੇ ਹਨ। ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਇ। ਜਿਵੇਂ ਜਿਸ ਵਿਅਕਤੀ ਦੀ ਸਰਕਾਰ ਹੋਵੇ, ਹਕੂਮਤ ਹੋਵੇ, ਸਭ ਕੁਝ ਉਸ ਦਾ ਹੁੰਦਾ। ਇੱਥੇ ਦ੍ਰਿਸ਼ਟਾਂਤ ਦੇ ਰਹੇ ਨੇ। ਮਤਲਬ ਹੈ ਕਿ ਜਿਸ ਹੀ ਕੀ ਸਿਰਕਾਰ ਹੈ, ਜਿਸ ਪ੍ਰਮਾਤਮਾ ਦੀ ਹੀ ਸਾਡੇ ਸਿਰਾਂ ਤੇ ਕਾਰ ਪਾਈ ਹੋਈ ਹੈ, ਜਿੱਧਰ ਉਹਨੇ ਲਾਇਆ ਉਹ ਕੁਛ ਕਰ ਰਹੇ। ਤਿਸ ਹੀ ਕਾ ਸਭ ਕੋਇ। ਸਭ ਕੋਈ ਉਸੇ ਦਾ ਹੀ ਹੈ, ਉਸੇ ਦੇ ਅਧੀਨ। ਦੂਜਾ, ਜਿਸ ਪ੍ਰਮਾਤਮਾ ਦੀ ਸਿਰ ਦੇ ਉੱਪਰ ਕਾਰ ਚਾਲੀ ਹੈ, ਕਿਸੇ ਨੇ ਚੱਕ ਲਈ ਹੈ, ਭਗਤੀ ਕਰਨੀ ਸ਼ੁਰੂ ਕਰਤੀ ਹੈ। ਤਿਸ ਹੀ ਸਭ ਕੋਈ, ਤਿਸ ਹੀ ਕਾ, ਉਸੇ ਦਾ ਸਭ ਕੋਈ ਬਣ ਜਾਂਦਾ। ਸਾਰੇ ਉਹਦੇ ਅਧੀਨ ਚੱਲਦੇ ਹਨ, ਉਹਦਾ ਸਤਿਕਾਰ ਕਰਦੇ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਗੁਰਾਂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਇਸ ਕਾਰ ਨੂੰ ਕਮਾਇਆ ਹੈ, ਉਹਨਾਂ ਦੇ ਘਟ ਹਿਰਦੇ ਅੰਦਰ ਸੱਚ ਵਾਹਿਗੁਰੂ ਪਰਮਾਤਮਾ ਪ੍ਰਗਟ ਹੋ ਜਾਂਦਾ। ਸੱਚ ਸਦਾ ਸਥਿਰ ਰਹਿਣ ਵਾਲਾ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ। ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ। ਜਿਹਦੇ ਅੰਦਰ ਸੱਚ ਵਸ ਰਿਹਾ ਹੈ, ਵਾਹਿਗੁਰੂ ਜੀ ਦਾ ਨਾਮ, ਪਰਮਾਤਮਾ ਦਾ ਪ੍ਰੇਮ, ਉਸ ਸੱਚੇ ਵਿਅਕਤੀ ਦੀ ਸੱਚੀ ਸੋਏ, ਸੱਚੀ ਹੀ ਸੋਭਾ ਹੁੰਦੀ ਹੈ। ਸੋਏ ਖਬਰ ਸੋਏ ਸੋਭਾ। ਉਹਦੀਆਂ ਖਬਰਾਂ ਜਿੱਧਰ ਫੈਲਣਗੀਆਂ ਸੱਚੀ ਵਡਿਆਈ ਦੀਆਂ ਫੈਲਣਗੀਆਂ। ਉਹਦੀ ਸੋਏ ਸੋਭਾ ਸੱਚੀ ਹੋਵੇਗੀ, ਕਿਉਂਕਿ ਦੁਨੀਆਦਾਰ ਬਾਦਸ਼ਾਹਾਂ ਦੀ, ਰਾਜਿਆਂ ਮਹਾਰਾਜਿਆਂ ਦੀ, ਅਮੀਰਾਂ ਲੋਕਾਂ ਦੀ ਜਿਹੜੀ ਵਡਿਆਈ ਹੁੰਦੀ ਹੈ, ਸੋਭਾ ਹੁੰਦੀ ਹੈ, ਉਹ ਮੂੰਹ ਤੇ ਹੁੰਦੀ ਹੈ। ਪਿੱਠ ਪਿੱਛੇ ਲੋਕ ਨਿੰਦਾ ਕਰਦੇ ਨੇ। ਪਰ ਜੋ ਵਾਹਿਗੁਰੂ ਦਾ ਪਿਆਰਾ ਹੈ, ਉਸ ਦੀ ਸੋਭਾ ਸੱਚੀ ਹੁੰਦੀ ਹੈ। ਔਰ ਜਿਹੜੇ ਦੁਨੀਆਦਾਰ ਹਨ, ਉਹਨਾਂ ਦੀ ਸੋਭਾ ਸਮੇਂ ਦੀ ਗਰਦਸ਼ ਨਾਲ ਮਿਟ ਜਾਂਦੀ ਹੈ, ਪਰ ਵਾਹਿਗੁਰੂ ਦੇ ਪਿਆਰਿਆਂ ਦੀ ਸਦਾ ਸੋਭਾ ਰਹਿੰਦੀ। ਤੀਸਰਾ, ਜਿਹੜੇ ਸੰਸਾਰੀ ਲੋਕ, ਦਰਗਾਹ ਵਿੱਚ ਕੋਈ ਸੋਭਾ ਨਹੀਂ, ਕੋਈ ਵਡਿਆਈ ਨਹੀਂ, ਕੋਈ ਆਦਰ ਨਹੀਂ, ਪਰ ਸੰਤਾਂ ਭਗਤਾਂ ਦੀ ਉੱਥੇ ਵੀ ਵਡਿਆਈ, ਸੋਭਾ ਤੇ ਆਦਰ ਹੈ, ਮੁੱਖ ਉਜਲੇ ਹਨ। ਇਸ ਪ੍ਰਕਾਰ ਸੱਚੇ ਜੋ ਹੋ ਗਏ ਹਨ, ਸੱਚ ਦੇ ਧਾਰਨੀ, ਉਹਨਾਂ ਦੀ ਸੋਭਾ ਵੀ ਸੱਚੀ ਹੈ। ਸੱਚ ਮਿਲੇ ਸੇ ਨਾ ਵਿਛੜੇ। ਤਿੰਨ ਨਿਜ ਘਰ ਵਾਸਾ ਹੋਏ। ਜੋ ਸੱਚ ਦੁਆਰਾ, ਸੱਚੇ ਨਾਮ ਦੁਆਰਾ ਵਾਹਿਗੁਰੂ ਸੱਚੇ ਦੇ ਨਾਲ ਮਿਲੇ ਹਨ, ਉਹ ਨਹੀਂ ਵਿਛੜਦੇ ਕਦੇ ਵੀ। ਜਿਵੇਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਨੂੰ ਕਿ ਮਹਾਰਾਜ ਘਰ ਕਦੋਂ ਚੱਲਣਾ, ਤਾਂ ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਪਰਸੋਂ ਤੁਹਾਡੀ ਤਿਆਰੀ ਹੈ, ਨਿਜ ਘਰ ਵਿੱਚ ਤੁਸੀਂ ਚਲੇ ਜਾਣਾ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਸੀਂ ਸਾਰੀ ਉਮਰ ਸਾਥ ਨਿਭਾਉਣ ਦਾ ਵਚਨ ਕੀਤਾ, ਵੀ ਕਿਹਾ ਸੀ ਅਗਲੇ ਜਹਾਨ ਵਿੱਚ ਤੇਰੇ ਨਾਲ ਹੀ ਰਵਾਂਗੇ, ਤੇ ਤੁਸੀਂ ਤਾਂ ਮਹਾਰਾਜ ਹੁਣੇ ਵਿਛੋੜ ਦੇਣ ਲੱਗੇ ਹੋ। ਮੈਂ ਤਾਂ ਤਲਵੰਡੀ ਵਾਲੇ ਘਰ ਦੀ ਗੱਲ ਕੀਤੀ ਸੀ। ਤਾਂ ਹਜ਼ੂਰ ਨੇ ਕਿਹਾ ਸੀ, ਮਰਦਾਨਿਆਂ ਸ਼ਬਦ ਮਿਲੇ ਸੇ ਵਿਛੜਾ ਨਾਹੀਂ। ਤੈਨੂੰ ਸ਼ਬਦ ਦੀ ਦਾਤ ਮਿਲੀ ਹੈ, ਤੂੰ ਸ਼ਬਦ ਵਿੱਚ ਮਿਲਿਆ ਹੈ, ਇਸ ਕਰਕੇ ਤੇਰਾ ਸਾਡੇ ਨਾਲੋਂ ਵਿਛੋੜਾ ਨਹੀਂ ਪਏਗਾ, ਪਰ ਸਰੀਰ ਨਹੀਂ ਰਹੇਗਾ। ਹੁਣ ਤੂੰ ਅਸਲ ਘਰ ਵਿੱਚ ਮੱਲਾ ਜਾ ਕੇ ਟਿਕਾਣਾ, ਤੇ ਪਰਸੋਂ ਤੇਰੀ ਤਿਆਰੀ ਹੈ। ਸੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਫਿਰ ਖੁਰਮ ਸ਼ਹਿਰ ਦਰਿਆ ਦੇ ਨੇੜੇ, ਉੱਥੇ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਸੱਚ ਨਾਲ ਜਿਹੜੇ ਮਿਲੇ ਹਨ ਉਹ ਵਿਛੜਦੇ ਨਹੀਂ। ਤੇਰੇ ਨਿਜ ਘਰ ਵਾਸਤਾ ਹੋਏ। ਉਹਨਾਂ ਦਾ ਨਿਜ ਘਰ, ਨਿਜ ਸਰੂਪ ਰੂਪੀ ਘਰ ਵਿੱਚ ਆਤਮਾ ਦਾ ਜੋ ਗਿਆਨ ਹੈ, ਉਹ ਆਤਮਿਕ ਸਰੂਪ ਦੇ ਵਿੱਚ ਵਾਸਾ ਹੋ ਜਾਂਦਾ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ ਰਮੇ ਹੋਏ ਵਿਆਪਕ ਸਰੂਪ ਰਾਮ ਪਰਮਾਤਮਾ, ਮੈਂ ਹਰੀ ਜੀ ਆਪ ਜੀ ਤੋਂ ਬਗੈਰ ਮੈਂ, ਮੇਰਾ ਹੋਰ ਅਵਰ ਕੋਈ ਨਹੀਂ ਹੈ, ਦੂਜਾ ਕੋਈ ਨਹੀਂ, ਅਵਰ ਹੋਰ ਕੋਈ ਨਹੀਂ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਸਤਿਗੁਰੂ ਜੀ ਸੱਚ ਸਰੂਪ ਹੀ ਹਨ ਔਰ ਪ੍ਰਭੂ ਸਰੂਪ ਹਨ, ਤੇ ਸਤਿਗੁਰੂ ਜੀ ਨਿਰਮਲ ਹਨ, ਭਾਵ ਮੈਲ ਤੋਂ ਰਹਿਤ ਹਨ। ਸ਼ਬਦ ਮਿਲਾਵਾ ਹੋਏ। ਸਤਿਗੁਰਾਂ ਦੇ ਸ਼ਬਦ ਦੁਆਰਾ ਹੀ ਵਾਹਿਗੁਰੂ ਨਾਲ ਮਿਲਾਵਾ ਮਿਲਾਪ ਹੁੰਦਾ ਹੈ।
ਜੋ ਸਤਿਗੁਰੂ ਵਾਹਿਗੁਰੂ ਦੇ ਸੱਚ ਸਰੂਪ ਦਾ ਹੀ ਸਰੂਪ ਨੇ, ਔਰ ਪ੍ਰਭੂ ਜੋ ਨਿਰਮਲਾ ਮੈਲ ਤੋਂ ਰਹਿਤ ਹੈ ਉਹਦਾ ਸਰੂਪ ਹਨ ਸਤਿਗੁਰੂ। ਉਹਨਾਂ ਦੇ ਮੁਖ ਤੋਂ ਉਚਾਰਿਆ ਹੋਇਆ ਜੋ ਸ਼ਬਦ ਉਪਦੇਸ਼ ਹੈ ਉਸ ਦੇ ਦੁਆਰਾ ਹੀ ਮਿਲਾਪ ਹੁੰਦਾ ਹੈ। ਰਹਾਓ ਸ਼ਬਦ ਮਿਲੈ ਸੋ ਮਿਲ ਰਿਹਾ। ਜਿਹੜੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੋ ਮਿਲਿਆ ਹੈ ਉਹ ਮਿਲਿਆ ਰਹਿੰਦਾ ਹਮੇਸ਼ਾ। ਜਿਹੜਾ ਵੀ ਵਿਅਕਤੀ ਜਿਸ ਨੂੰ ਆਪੇ ਲੈ ਮਿਲਾਏ, ਇਹ ਬਖਸ਼ਿਸ਼ ਪਰਮਾਤਮਾ ਦੀ ਹੈ। ਜਿਸ ਦੇ ਤਾਈਂ ਆਪ ਮਿਲਾਉਣਾ ਚਾਹੇ ਵਾਹਿਗੁਰੂ, ਆਪ ਲਏ ਮਿਲਾਏ, ਮਿਲਾ ਲੈਂਦਾ ਜਿਸ ਨੂੰ, ਉਹੀ ਮਿਲਦਾ ਹੈ। ਇਹ ਸ਼ਬਦ ਨਾਲ ਜੁੜਨ ਦੀ ਦਾਤ ਉਸ ਨੂੰ ਮਿਲਦੀ ਹੈ ਜਿਸ ਦੇ ਉੱਪਰ ਵਾਹਿਗੁਰੂ ਦੇ ਟੁੱਟਦੇ ਨੇ, ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਬਖਸ਼ਿਸ਼ ਦੇ ਘਰ ਵਿੱਚ ਆਉਂਦੇ। ਦੂਜਾ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ। ਜਿਹੜਾ ਸੰਸਾਰ ਦਾ ਲਗਾਓ ਹੈ ਇਹਨੂੰ ਕਹਿੰਦੇ ਦੂਜਾ ਭਾਵ। ਸੰਸਾਰ ਨਾਲ ਖੋਟਾ ਪ੍ਰੇਮ, ਸੰਸਾਰ ਦੇ ਪਦਾਰਥਾਂ ਨਾਲ ਲਗਾਓ, ਸਰੀਰਾਂ ਨਾਲ, ਇਹ ਦੂਜੇ ਭਾਏ ਪ੍ਰੇਮ ਦੇ ਕਰਕੇ ਕੋਈ ਵੀ ਵਾਹਿਗੁਰੂ ਨੂੰ ਨਹੀਂ ਮਿਲ ਸਕਦਾ ਹੈ। ਫਿਰ ਆਵਾ ਜਾਏ। ਤੇ ਜਦੋਂ ਤੱਕ ਵਾਹਿਗੁਰੂ ਨਾਲ ਮਿਲਾਪ ਨਹੀਂ, ਉਹ ਜੀਵ ਫਿਰ ਦੁਬਾਰਾ ਆਉਂਦਾ ਤੇ ਜਾਂਦਾ ਹੈ। ਇਸ ਸੰਸਾਰ ਦੇ ਅੰਦਰ ਆਉਣਾ ਜਾਣਾ ਮੁੱਕਦਾ ਨਹੀਂ। ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ। ਸਾਰਿਆਂ ਦੇ ਅੰਦਰ ਇੱਕ ਪ੍ਰਮਾਤਮਾ ਦੀ ਹੀ ਜੋਤ ਵਰਤ ਰਹੀ ਹੈ। ਜੋਤੀ ਸਰੂਪ ਵਾਹਿਗੁਰੂ ਇੱਕੋ ਇੱਕ ਵਰਤ ਰਿਹਾ ਹੈ। ਆਤਮਾ ਬਣ ਕੇ ਇੱਕੋ ਰਹਿਆ ਸਮਾਏ, ਇੱਕ ਹੀ ਸਾਰੇ ਸਮਾਇਆ ਹੋਇਆ ਹੈ। ਜਿਸਨੋਂ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ। ਉਹ ਜਿਹੜਾ ਇੱਕ ਪ੍ਰਮਾਤਮਾ ਸਾਰੇ ਸਮਾਇਆ ਹੋਇਆ, ਜਿਸ ਦੇ ਤਾਈਂ ਆਪ ਵਾਹਿਗੁਰੂ ਜੀ ਦਿਆਲੂ ਕਿਰਪਾਲੂ ਹੋ ਜਾਂਦੇ ਨੇ, ਸੋ ਗੁਰਮੁਖ ਨਾਮ ਸਮਾਏ। ਉਹ ਗੁਰਾਂ ਦੇ ਸਨਮੁਖ ਹੋਣ ਵਾਲਾ ਵਿਅਕਤੀ ਨਾਮ ਵਿੱਚ ਜੁੜ ਕੇ ਨਾਮ ਦੁਆਰਾ ਵਾਹਿਗੁਰੂ ਵਿੱਚ ਹੀ ਸਮਾਇਆ ਰਹਿੰਦਾ ਹੈ। ਪੜ ਪੰਡਤ ਜੋਤ ਕੀ ਬਾਦ ਕਰਹਿ ਵਿਚਾਰ। ਪੜ ਕੇ ਵੇਦ ਸ਼ਾਸਤਰਾਂ ਗ੍ਰੰਥਾਂ ਸਿਮਰਤੀਆਂ ਨੂੰ ਜਿਹੜੇ ਪੰਡਤ ਬਣ ਗਏ ਲੋਕ, ਪੰਡਤ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ। ਸੋ ਇਸ ਪ੍ਰਕਾਰ ਪੜ ਕੇ ਪੰਡਤ ਤੇ ਜੋਤ ਕੀ ਜੋਤਸ਼ੀ, ਜੋਤਿਸ਼ ਦੇ ਗ੍ਰੰਥਾਂ ਨੂੰ ਪੜ ਕੇ ਲੋਕਾਂ ਦੇ ਰੇਖਾ ਦੇ ਹਿਸਾਬ ਕਿਤਾਬ ਲਾਉਣ ਵਾਲੇ ਸਮੁੰਦਰੀਕ ਗ੍ਰੰਥ ਆਦਿਕ ਜਿਹਨਾਂ ਪੜ੍ਹੇ ਹਨ। ਵਾਦ ਕਰਹਿ ਵਿਚਾਰ, ਵਾਦ ਵਿਅਰਥ ਦਾ ਵਿਚਾਰ ਕਰਦੇ ਨੇ। ਵਾਦ ਵਿਤੰਡਾਵਾਦ, ਝਗੜਾ, ਬਹਿਸਾਂ, ਇਹੋ ਜਿਹੇ ਵਿਚਾਰ ਕਰਦੇ ਨੇ। ਕਿਸ ਤਰ੍ਹਾਂ ਬਹਿਸ ਵਿੱਚ ਮੈਂ ਜਿੱਤ ਪ੍ਰਾਪਤ ਕਰਾਂ। ਗ੍ਰੰਥਾਂ ਨੂੰ ਪੜ੍ਹਿਆ ਵਿਚਾਰਿਆ ਹੈ ਪਰ ਉਹਨਾਂ ਤੇ ਅਮਲ ਨਹੀਂ ਕੀਤਾ, ਕਮਾਈ ਨਹੀਂ ਕੀਤੀ। ਇਸ ਤਰ੍ਹਾਂ ਦੇ ਹਾਲਾਤ। ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ। ਜਿਹੜੀ ਮਤ ਤੇ ਬੁੱਧ, ਮਤ ਅਕਲ ਤੇ ਬੁੱਧੀ ਜੋ ਪ੍ਰਮਾਤਮਾ ਵੱਲੋਂ ਸਾਨੂੰ ਮਿਲੀ ਹੋਈ ਬੁੱਧੀ ਹੈ, ਇਹ ਸੰਸਾਰ ਨੂੰ ਸੱਚਾ ਮੰਨ ਕੇ ਭੌਂ ਗਈ ਸੰਸਾਰ ਵਾਲੇ ਪਾਸੇ, ਨਾ ਬੁੱਝਈ, ਨਹੀਂ ਬੁੱਝਦੀ ਸਮਝਦੀ। ਇਹ ਮਤ ਬੁੱਧ ਜਿਹੜੀ ਭੌਈ ਹੋਈ ਹੈ ਸੰਸਾਰ ਵਾਲੇ ਪਾਸੇ ਲੱਗੀ ਹੋਈ ਹੈ, ਬੁੱਝਦੀ ਨਹੀਂ ਹੈ। ਅੰਤਰ ਲੋਭ ਵਿਕਾਰ, ਅੰਦਰ ਇਹਦੇ ਲੋਭ ਰੂਪੀ ਵਿਕਾਰ ਹੈ, ਭੌਂਕਦਾ ਕੁੱਤਾ। ਸੋ ਇਸ ਪ੍ਰਕਾਰ ਲੋਭ ਆਦਿਕ ਵਿਕਾਰ, ਲੋਭ ਤੇ ਕਾਮ ਕ੍ਰੋਧ ਮੋਹ ਹੰਕਾਰ ਆਦਿਕ ਵਿਕਾਰ ਅੰਦਰ ਵਸੇ ਹੋਏ ਨੇ। ਜਿਹੜੀ ਬੁੱਧ ਪ੍ਰਮਾਤਮਾ ਵਾਲੇ ਪਾਸੇ ਉਹ ਤਾਂ ਜੀਵ ਤਰੇਗਾ, ਪਰ ਜਿਹੜੀ ਪ੍ਰਮਾਤਮਾ ਵਾਲੇ ਪਾਸਿਓਂ ਭੌਂ ਗਈ ਹੈ, ਵਿਸ਼ਾ ਵਿਸ਼ਾਣੀ ਬੁੱਧ ਬਣ ਗਈ ਹੈ, ਭੌਈ ਹੋਈ ਬੁੱਧ, ਅੰਦਰ ਉਹਨਾਂ ਦੇ ਹੋਰ ਵਿਕਾਰ ਵੱਧ ਤੋਂ ਵੱਧ ਵੱਧਦੇ ਗਏ। 184 ਭਰਮ ਤੇ ਭਰਮ ਹੋਏ ਖੁਆਰ। ਉਹ ਜੀਵ ਫਿਰ 84 ਲੱਖ ਜੂਨਾਂ ਵਿੱਚ ਭਟਕਦੇ ਹਨ ਤੇ ਭਰਮ ਭਟਕਦੇ ਖੁਆਰ ਹੋ ਗਏ। ਭਾਵ ਖੁਆਰੀ ਪੱਲੇ ਪਈ, ਖੁਆਰ ਹੀ ਹੁੰਦੇ ਗਏ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਕਹਿੰਦੇ ਜੋ ਕੁਛ ਪੂਰਬਲੇ ਜਨਮਾਂ ਦੇ ਅੰਦਰ ਕਮਾਇਆ ਸੀ ਉਹਦੇ ਅਨੁਸਾਰ ਲਿਖਿਆ ਗਿਆ ਲੇਖ ਮਸਤਕ ਤੇ ਜੋ ਉਹ ਲੇਖ ਲਿਖਿਆ ਹੋਇਆ, ਜਿਹੜੇ ਸੰਸਕਾਰ ਪਏ ਹੋਏ ਨੇ, ਉਹੀ ਫਿਰ ਪ੍ਰੇਰਦੇ ਹਨ ਉਸ ਪਾਸੇ ਨੂੰ, ਉਹ ਖਿੱਚਦੇ ਨੇ। ਜਿਹੜਾ ਤੇ ਗੁਰਾਂ ਨਾਲ ਮਿਲ ਕੇ ਆਪਣੇ ਮਨ ਨੂੰ ਸਮਝਾ ਦੇ ਤੇ ਉਧਰ ਮਨ ਜਾਏ ਵੀ ਤੇ ਉਧਰੋਂ ਰੋਗ ਰੱਖੇ ਵਰਜ ਲੈ, ਉਹਦਾ ਤਰੇਗਾ। ਪਰ ਜੋ ਪੂਰਬਲੇ ਸੰਸਕਾਰ ਜਿਹੜੇ ਪਏ ਉਹਨਾਂ ਦੇ ਆਖੇ ਲੱਗ ਕੇ ਉਹੀ ਕੁਝ ਕਮਾਈ ਕਰੇਗਾ ਤਾਂ ਮਹਾਰਾਜ ਕਹਿੰਦੇ ਕੋਈ ਨਾ ਮੇਟਣ ਹਾਰ, ਕੋਈ ਮੇਟਣ ਵਾਲਾ ਨਹੀਂ ਫਿਰ। ਸੋ ਇਸ ਪ੍ਰਕਾਰ ਪੂਰਬ ਲਿਖਿਆ ਹੋਇਆ ਜਿਹੜਾ ਲੇਖ ਹੈ ਉਹ ਪ੍ਰੇਰਦਾ ਹੈ ਬੁਰੇ ਕਰਮਾਂ ਵੱਲ ਤੇ ਜੀਵ ਫਿਰ ਉਹੀ ਕੁਝ ਕਮਾਈ ਜਾਂਦਾ ਤੇ ਉਹ ਹੋਰ ਲੇਖ ਪੱਕੇ ਹੁੰਦੇ ਜਾਂਦੇ ਨੇ, ਗੂੜੇ ਹੁੰਦੇ ਜਾਂਦੇ ਨੇ। ਉਹਨਾਂ ਦੀ ਫਿਰ ਕਿਰਤ ਨੂੰ ਕੋਈ ਮੇਟਣ ਵਾਲਾ ਨਹੀਂ, ਕਰਮਾਂ ਦੀ ਰੇਖ ਨੂੰ ਮੇਟਣ ਵਾਲਾ ਕੋਈ ਨਹੀਂ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜਾ ਆਪ ਗਵਾਏ।
ਸਤਿਗੁਰੂ ਦੀ ਸੇਵਾ ਬੜੀ ਕਠਿਨ ਹੈ, ਗਾਖੜੀ ਮੈਨੇ ਔਖੀ ਹੈ। ਸਿਰ ਦੀਜੈ ਆਪ ਗਵਾਏ, ਪਰ ਜਿਹੜਾ ਸਿਰ ਦੇ ਦਿੰਦਾ ਸਤਿਗੁਰੂ ਦੀ ਸੇਵਾ ਵਿੱਚ ਆਪਾ ਭਾਵ ਗਵਾ ਲੈਂਦਾ ਹੈ। ਜਿਵੇਂ ਬਚਨ ਹੈ ਕਿ ਅਹਰਣ ਜਿਉ ਸਿਰ ਦੇ, ਸੋ ਇਸ ਪ੍ਰਕਾਰ ਹਸਤੀ ਸਿਰ ਜਿਉ ਅੰਕਸ ਹੈ। ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਹਾਥੀ ਕੁੰਡੇ ਦੇ ਅਧੀਨ, ਇਸੇ ਤਰ੍ਹਾਂ ਅਹਰਣ ਜਿਉ ਸਿਰ ਦੇ। ਅਹਰਣ ਜਿਹੜੀ ਆ ਵੱਟਾ, ਉਹ ਜਿਵੇਂ ਉਹਦੇ ਤੇ ਰੱਖ ਕੇ ਲੋਹਾ ਕੁੱਟਦਾ ਲੁਹਾਰ, ਤੇ ਉਹ ਜਿਵੇਂ ਆਪਣਾ ਸਿਰ ਦੇ ਹੀ ਰੱਖਦਾ, ਉਜਰ ਨਹੀਂ ਕਰਦਾ, ਹਿਲਦਾ ਨਹੀਂ ਇੱਧਰ ਉੱਧਰ। ਇਸ ਤਰ੍ਹਾਂ ਜਿਹੜਾ ਸਿਰ ਦੇ ਦੇਵੇ ਸਤਿਗੁਰੂ ਮਹਾਰਾਜ ਅੱਗੇ, ਆਪਣੇ ਮਨ ਦੀ ਮਰਜ਼ੀ ਮਤਲਬ ਤਿਆਗਦਾ, ਤੇ ਇਸ ਪ੍ਰਕਾਰ ਆਪਾ ਗਵਾ ਲਏ। ਸ਼ਬਦ ਮਿਲਿਆ ਹੈ ਤਾਂ ਹਰ ਮਿਲਿਆ। ਜਿਹੜੇ ਗੁਰੂ ਦੇ ਸ਼ਬਦ ਦੁਆਰਾ ਮਿਲ ਪੈਂਦੇ ਹਨ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹਨ, ਤਾਂ ਉਹਨਾਂ ਨੂੰ ਹਰੀ ਪ੍ਰਮਾਤਮਾ ਮਿਲ ਪੈਂਦਾ। ਸੇਵਾ ਪਵੈ ਸਭ ਥਾਏ, ਫਿਰ ਉਹਨਾਂ ਦੀ ਸਾਰੀ ਕੀਤੀ ਸੇਵਾ ਕਮਾਈ ਘਾਲਣਾ ਥਾਂ ਪੈ ਜਾਂਦੀ, ਮਤਲਬ ਸਫਲੀ ਹੋ ਜਾਂਦੀ ਹੈ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਸਤਿਗੁਰੂ ਪਾਰਸ ਰੂਪ ਹਨ, ਸਤਿਗੁਰ ਪਾਰਸ ਪਰਸਿਆ। ਸੋ ਇਸ ਪ੍ਰਕਾਰ ਸਤਿਗੁਰ ਪਾਰਸ ਆਖੀਐ, ਕੰਚਨ ਕਰੈ ਮਨੂਰ ਮਲੀਣਾ। ਜਿਹੜਾ ਮਨੂਰ ਜੰਗ ਖਾਧਾ ਲੋਹਾ ਨਾ, ਮਲੀਨ ਹੋਇਆ ਹੋਇਆ, ਇਹੋ ਜਿਹਾ ਮਨ, ਉਹਨੂੰ ਵੀ ਸਤਿਗੁਰੂ ਜੀ ਪਾਰਸ ਰੂਪ ਹੀ ਬਣਾ ਦਿੰਦੇ ਆ। ਇੱਕ ਵਿਦਵਾਨ ਦਾ ਵਚਨ ਹੈ, ਪਾਰਸ ਅਰ ਸੰਤ ਮੈਂ ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਪਾਰਸ ਤਾਂ ਕੇਵਲ ਲੋਹੇ ਦੇ ਟੁਕੜੇ ਨੂੰ ਸੋਨਾ ਬਣਾ ਦੇਗਾ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਪਰ ਸਤਿਗੁਰੂ ਜਾਂ ਪੁੱਗੇ ਹੋਏ ਸੰਤ, ਉਹਨਾਂ ਦੇ ਨਾਲ ਕੋਈ ਮਨੋ ਤਨੋਂ ਜੁੜੇ, ਉਹਨਾਂ ਦੇ ਬਚਨ ਨੂੰ ਕਮਾਏ, ਤਾਂ ਉਹ ਆਪਣੇ ਵਰਗਾ ਸੰਤ ਬਣਾ ਦਿੰਦੇ। ਸੋ ਇਸ ਪ੍ਰਕਾਰ ਜਿਵੇਂ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਜੁੜੇ ਪਾਵਨ ਲਹਿਣਾ ਜੀ, ਤਾਂ ਸ੍ਰੀ ਗੁਰੂ ਅੰਗਦ ਦੇਵ ਹੋ ਨਿਬੜੇ। ਬਾਬਾ ਅਮਰਦਾਸ ਜੀ ਬਿਰਧ ਅਵਸਥਾ 'ਚ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ, ਤਾਂ ਸ੍ਰੀ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ ਗਏ। ਇਸ ਪ੍ਰਕਾਰ ਕਹਿੰਦੇ ਸਤਿਗੁਰੂ ਦੀ ਸੇਵਾ ਗਾਖੜੀ ਹੈ, ਸਿਰ ਦੇ ਕੇ ਜਿਹੜਾ ਆਪਾਂ ਗਵਾ ਕੇ ਕਮਾਉਂਦਾ। ਗੁਰੂ ਦੇ ਸ਼ਬਦ ਦੁਆਰਾ ਜੋ ਮਿਲਦੇ ਹਨ, ਉਹਨਾਂ ਨੂੰ ਹਰੀ ਮਿਲ ਪੈਂਦਾ, ਉਹਨਾਂ ਦੀ ਕੀਤੀ ਸੇਵਾ ਥਾਂ ਪੈਂਦੀ ਹੈ, ਤੇ ਉਹ ਪਾਰਸ ਰੂਪ ਸਤਿਗੁਰੂ ਮਹਾਰਾਜ ਨੂੰ ਮਿਲ ਕੇ ਪਰਸਿਆ, ਮਤਲਬ ਛੂਹਣਾ, ਪਾਰਸ ਦੀ ਸੰਗਤ ਕਰਕੇ, ਪਾਰਸ ਦੇ ਨਾਲ ਜੁੜ ਕੇ ਪਾਰਸ ਹੋਏ, ਉਹ ਵੀ ਸੰਤ ਹੋ ਗਏ। ਜੋਤੀ ਜੋਤ ਸਮਾਏ, ਪਾਰਸ ਕੰਗੀ ਦ੍ਰਿਸ਼ਟਾਂਤ ਹੈ। ਜੋਤੀ ਜੋਤ ਸਮਾਏ, ਉਹ ਜੋਤੀ ਸਰੂਪ ਵਾਹਿਗੁਰੂ ਵਿੱਚ ਜੋਤ ਰੂਪ ਹੋ ਕੇ ਸਮਾ ਗਏ। ਉਹਨਾਂ ਦੀ ਜੋਤ ਆਤਮਾ ਜੋਤੀ ਸਰੂਪ ਪਰਮਾਤਮਾ ਵਿੱਚ ਸਮਾ ਜਾਂਦੀ। ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਨੂੰ ਪੂਰਬਲੇ ਨਿਸ਼ਕਾਮ ਕਰਮਾਂ ਕਾਰਨ ਵਾਹਿਗੁਰੂ ਪਰਮਾਤਮਾ ਨੇ ਪਹਿਲਾਂ ਤੋਂ ਹੀ, ਜਨਮ ਤੋਂ ਪਹਿਲਾਂ ਲੇਖ ਲਿਖਤਾ ਸੀ ਮਸਤਕ ਤੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਮਸਤਕ ਲਿਖੇ ਜਿਹੜਾ ਲੇਖ ਪੁਰਬ ਕਮਾਇਆ ਜੀ, ਇੰਝ ਬਚਨ ਆਉਂਦੇ ਹਨ। ਜਿਨ੍ਹਾਂ ਦੇ ਤਾਂ ਹੀ ਪੂਰਬਲਾ ਲਿਖਿਆ ਹੋਇਆ ਤਿਨ ਸਤਿਗੁਰ ਮਿਲਿਆ ਆਏ, ਉਹਨਾਂ ਨੂੰ ਆ ਕੇ ਸਤਿਗੁਰੂ ਜੀ ਮਿਲ ਪੈਂਦੇ ਹਨ। ਉਹਨਾਂ ਨੂੰ ਪੂਰਾ ਸਤਿਗੁਰੂ ਆ ਮਿਲਦਾ ਹੈ। ਮਨ ਭੁੱਖਾ ਭੁੱਖਾ ਮਤ ਕਰਹਿ, ਮਤ ਤੂੰ ਕਰਹਿ ਪੁਕਾਰ। ਹੇ ਮਨਾ, ਮਤ ਐਸਾ ਕਰਕੇ ਮੈਂ ਭੁੱਖਾ ਜੀ, ਮੈਂ ਭੁੱਖਾ ਜੀ। ਮਤ ਤੂੰ ਪੁਕਾਰਾਂ ਕਰੀ ਜਾ, ਵੀ ਮੇਰੀ ਭੁੱਖ ਮਿਟੋ ਜੀ, ਆਹ ਵੀ ਦਾਤ ਦੇ ਦਿਓ ਜੀ, ਆਹ ਵੀ ਚੀਜ਼ ਦੇ ਦਿਓ ਜੀ, ਆਹ ਵੀ ਮਿਲ ਜਾਏ। ਮਤ ਤੂੰ ਪੁਕਾਰਾਂ ਕਰ, ਨਾ ਭਾਵ ਪੁਕਾਰਾਂ ਕਰ। ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ। ਕੀ ਪ੍ਰਮਾਤਮਾ ਨੂੰ ਤੇਰੇ ਬਾਰੇ ਪਤਾ ਨਹੀਂ ਹੈ? ਵਿਣ ਬੋਲਿਆ ਸਭ ਕੁਛ ਜਾਣਦਾ। ਹਜ਼ੂਰ ਕਹਿੰਦੇ ਨੇ, ਜਿਸ ਨੇ 84 ਲੱਖ ਜੂਨਾਂ ਦੇ ਜੀਵ ਸਿਰਜ ਦਿੱਤੇ, ਸਾਰੀਆਂ ਜੂਨਾਂ ਜਿਸ ਨੇ ਸਿਰਜੀਆਂ ਹਨ, ਬਣਾਈਆਂ ਹਨ, ਰਚਨਾ ਰਚੀ ਹੈ, ਸਾਰਿਆਂ ਜੀਆਂ ਨੂੰ ਆਧਾਰ ਆਸਰਾ ਦੇਣ ਵਾਲਾ ਵਾਹਿਗੁਰੂ ਹੈ। ਨਿਰਭਉ ਸਦਾ ਦਇਆਲ ਹੈ। ਉਹ ਨਿਰਭਉ ਸਰੂਪ ਪਰਮਾਤਮਾ ਅਕਾਲ ਪੁਰਖ ਸਦਾ ਵਾਸਤੇ ਦਇਆ ਦਾ ਘਰ ਹੈ, ਦਿਆਲੂ ਕਿਰਪਾਲੂ ਹੈ। ਸਭਨਾ ਕਰਦਾ ਸਾਰ, ਸਾਰਿਆਂ ਦੀ ਸੰਭਾਲ ਕਰਦਾ ਹੈ ਵਾਹਿਗੁਰੂ। ਉਹ ਤਾਂ ਪ੍ਰਤਪਾਲ ਮਾਤਾ ਉਦਰ ਰੱਖੈ, ਲੱਗਣ ਦੇ ਤਨਾ ਸੇਕ। ਸੋਈ ਸੁਆਮੀ ਇਹਾਂ ਰਾਖੈ, ਬੂਝ ਬੁੱਧ ਵਿਵੇਕ। ਮਾਤ ਗਰਭ ਮੈਂ ਜਿਨ ਪ੍ਰਤਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ।
ਹਜੂਰ ਕਹਿੰਦੇ ਸਭਨਾਂ ਦੀ ਸੰਭਾਲ ਕਰਦਾ ਹੈ, ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ। ਹਜੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰਾਂ ਦੇ ਮੁਖ ਤੋਂ ਉਪਦੇਸ਼ ਸੁਣ ਕੇ, ਗੁਰਾਂ ਦੇ ਸਨਮੁਖ ਹੋ ਕੇ, ਉਪਦੇਸ਼ ਨੂੰ ਮੰਨ ਕੇ ਬੁੱਝ ਲਈਦਾ ਹੈ ਵਾਹਿਗੁਰੂ ਪਰਮਾਤਮਾ ਦੇ ਸਰੂਪ ਨੂੰ। ਜੇ ਬੁੱਝ ਲਈਏ ਤਾਂ ਪਾਈਐ ਮੋਖ ਦੁਆਰ, ਤਾਂ ਮੁਕਤੀ ਦਾ ਦੁਆਰਾ ਆਤਮ ਗਿਆਨ, ਮੁਕਤੀ ਦਾ ਦਰਵਾਜ਼ਾ, ਮੋਖ ਹੋਣ ਦਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ। ਹਜੂਰ ਕਹਿੰਦੇ ਨੇ ਜਿਨ੍ਹਾਂ ਨੇ ਪਹਿਲਾਂ ਸੁਣਿਆ ਸਤਿਗੁਰਾਂ ਦੇ ਮੁਖ ਤੋਂ ਉਪਦੇਸ਼ ਨੂੰ। ਸੁਣਨਾ ਹੁੰਦਾ ਧਿਆਨ ਦੁਆਰਾ, ਸੁਰਤਾ ਸ਼ਬਦ ਇੱਥੋਂ ਹੀ ਬਣਿਆ, ਜਿਹੜਾ ਧਿਆਨ ਦੁਆਰਾ ਸੁਣੇ ਫਿਰ ਸਮਝ ਆ ਗਈ, ਸਮਝ ਕੇ ਫਿਰ ਉਸ ਨੂੰ ਮੰਨ ਲਏ ਤੇ ਫਿਰ ਕਮਾਏ। ਇਸ ਤਰ੍ਹਾਂ ਜੇ ਸੁਣੇ ਹੋਏ ਨੂੰ ਮੰਨੇ ਵੀ ਨਾ ਤੇ ਫਿਰ ਵੀ ਪੂਰਾ ਲਾਭ ਨਹੀਂ ਸੁਣੇ ਹੋਏ ਦਾ, ਉਹਨਾਂ ਕੁ ਸਮਾਂ ਸਫਲ ਆ। ਜੇ ਸੁਣ ਕੇ ਮੰਨ ਲਏ ਤੇ ਫਿਰ ਸੋਨੇ ਤੇ ਸੁਹਾਗਾ, ਫਿਰ ਤੇ ਅੱਗੇ ਤੁਰ ਪਿਆ ਨਾ ਅਗਾਂਹ ਨੂੰ, ਮੁਕਤ ਹੋਣ ਵਾਲੇ ਪਾਸੇ ਨੂੰ। ਜਿਨੀ ਸੁਣ ਕੇ ਮੰਨਿਆ, ਜਿਹਨਾਂ ਦਾ ਮਨ ਮੰਨ ਗਿਆ ਸੁਣ ਕੇ ਵੀ ਹਾਂ ਇਹੀ ਕੰਮ ਕਰਨਾ ਚਾਹੀਦਾ, ਇੰਜ ਹੀ ਮੈਨੂੰ ਕਰਨਾ ਚਾਹੀਦਾ, ਜੋ ਪਹਿਲਾਂ ਅਸੀਂ ਧਾਰਨਾ ਉਹ ਤਿਆਗ ਦਿੱਤੀ। ਸੁਣਿਆ ਤੇ ਸੁਣ ਕੇ ਮੰਨ ਲਿਆ ਜਿਨ੍ਹਾਂ ਨੇ, ਉਹਨਾਂ ਦਾ ਨਿਜ ਘਰ ਵਾਸਾ ਹੋ ਜਾਏਗਾ, ਆਪਣੇ ਸਰੂਪ ਰੂਪੀ ਘਰ ਵਿੱਚ। ਘਰ ਮੈਂ ਘਰ ਦੇ ਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਇੱਕ ਘਰ ਤਾਂ ਮਹਾਰਾਜ ਨੇ ਜਿਹੜੇ ਬਾਹਰੀ ਮਕਾਨ ਉਹਨਾਂ ਬਾਰੇ ਬਚਨ ਕੀਤਾ, ਘਰ ਛੱਡਣੇ ਰਹਿ ਨਾ ਕੋਈ। ਮਿੱਟੀ ਦੇ ਚੂਨੇ ਪੱਥਰਾਂ ਇੱਟਾਂ ਦੇ ਬਣੇ ਹੋਏ ਘਰ ਬਾਹਰ, ਸੋ ਇਹ ਤਾਂ ਮਹਾਰਾਜ ਨੇ ਕਿਹਾ ਛੱਡ ਜਾਣੇ ਹਨ। ਤੇ ਫਿਰ ਇੱਕ ਘਰ ਹੈ ਸਾਡਾ ਸਰੀਰ, ਇਸ ਘਰ ਵਿੱਚ ਅਸੀਂ ਰਹਿ ਰਹੇ ਹਾਂ। ਇਸ ਘਰ ਦੇ ਅੰਦਰ ਇੱਕ ਹੋਰ ਘਰ ਹੈ ਅੰਤਸ਼ਕਰਨ, ਹਿਰਦਾ, ਮਨ ਬੁੱਧ ਚਿੱਤ ਅਹੰਕਾਰ, ਚਾਰ ਚੀਜ਼ਾਂ ਦਾ ਬਣਿਆ ਹੋਇਆ। ਤੇ ਉਸ ਤੋਂ ਅੱਗੇ ਹੈ ਸਰੂਪ ਰੂਪੀ ਘਰ। ਸੋ ਇਸ ਪ੍ਰਕਾਰ ਉਹ ਸਰੂਪ ਰੂਪੀ ਆਤਮਾ ਦਾ ਗਿਆਨ ਹੋ ਜਾਣਾ, ਉੱਥੇ ਵਾਸਾ ਉਹਨਾਂ ਦਾ ਹੋ ਗਿਆ। ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ। ਆਪਣੀ ਮਤ ਛੱਡ ਦਿੱਤੀ, ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਾਨੀ। ਅਨੰਦਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ। ਹਜੂਰ ਕਹਿੰਦੇ ਨੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਜਾਂ ਹਜੂਰ ਦਾ ਬਚਨ ਹੈ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਨ। ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ। ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਮੱਤ ਦੁਆਰਾ ਸੱਚ ਸਰੂਪ ਵਾਹਿਗੁਰੂ ਜੀ ਨੂੰ ਉਹਨਾਂ ਸਲਾਹਿਆ। ਕਿਉਂਕਿ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਇਹ ਜੀਵ ਵੀ ਉਹਦਾ ਰੂਪ ਬਣ ਜਾਏਗਾ। ਸਿਫਤ ਸਲਾਹ ਦਾ ਰੂਪ ਬਣ ਕੇ ਫਿਰ ਪ੍ਰਮਾਤਮਾ ਵਿੱਚ ਸਮਾਏਗਾ ਜਿਹਦੀ ਸਿਫਤ ਸਲਾਹ ਕਰ ਰਿਹਾ। ਹਰੀ ਜੋ ਗੁਣਾਂ ਦਾ ਖਜ਼ਾਨਾ ਹੈ ਗੁਣਤਾਸ, ਉਸ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ। ਸ਼ਬਦ ਰੱਤੇ ਸੇ ਨਿਰਮਲੇ, ਜਿਹੜੇ ਗੁਰੂ ਦੇ ਸ਼ਬਦ ਦੁਆਰਾ ਰੰਗੇ ਗਏ, ਰੰਗ ਲੱਗ ਗਿਆ। ਰੱਤੇ ਸ਼ਬਦ ਦੁਆਰਾ ਰੱਤੇ ਰੰਗੇ ਗਏ, ਸੇ ਨਿਰਮਲੇ, ਉਹ ਮੈਲ ਤੋਂ ਰਹਿਤ ਹੋਏ, ਉਹਨਾਂ ਨੂੰ ਕੋਈ ਮੈਲ ਨਾ ਰਹਿ ਗਈ। ਹਉ ਸਦ ਬਲਿਹਾਰੈ ਜਾਸ, ਮੈਂ ਉਹਨਾਂ ਤੋਂ ਸਦਾ ਵਾਸਤੇ ਸਦਕੇ ਜਾਂਦਾ, ਬਲਿਹਾਰ ਕੁਰਬਾਨ ਜਾਂਦਾ ਹਾਂ। ਹਿਰਦਾ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ, ਜਿਨ੍ਹਾਂ ਦੇ ਹਿਰਦੇ 'ਚ ਹਰੀ ਪ੍ਰਮਾਤਮਾ ਵਸਦਾ ਹੈ, ਭਾਵ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ। ਤਿਤ ਘਟ ਹਿਰਦੇ ਅੰਦਰ ਪ੍ਰਗਾਸ, ਚਾਨਣ ਹੀ ਚਾਨਣ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਵੰਦ ਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਨੂਪਾ। ਕੋਟ ਸੂਰ ਨਾਨਕ ਪ੍ਰਗਾਸ, ਉਹਨਾਂ ਦੇ ਹਿਰਦੇ 'ਚ ਮੰਨੋ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਹੇ ਮੇਰੇ ਮਨਾ ਵਾਹਿਗੁਰੂ ਦਾ ਨਾਮ ਹੈ ਨਿਰਮਲ ਉਜਲ ਤੇ ਪਵਿੱਤਰ, ਕਿਉਂਕਿ ਆਪ ਵਾਹਿਗੁਰੂ ਨਿਰਮਲ ਹੈ। ਇਸ ਕਰਕੇ ਜੋ ਨਿਰਮਲ ਨਾਮ ਹੈ ਪਰਮਾਤਮਾ ਦਾ, ਵਾਹਿਗੁਰੂ ਵਾਹਿਗੁਰੂ ਹਰੀ ਹਰੀ, ਇਸ ਦਾ ਧਿਆਨ ਧਰ। ਧੁਰ ਮਸਤਕ ਜਿਨ ਕੋ ਲਿਖਿਆ, ਧੁਰੋਂ ਹੀ ਪਰਮਾਤਮਾ ਦੇ ਦਰ ਤੋਂ, ਮੁੱਢ ਤੋਂ ਹੀ ਜਿਨ੍ਹਾਂ ਦੇ ਮਸਤਕ ਤੇ ਇਹ ਲੇਖ ਲਿਖਿਆ ਹੋਇਆ, ਸੇ ਗੁਰਮੁਖ ਰਹੇ ਲਿਵਲਾ। ਜਿਵੇਂ ਸੰਤ ਅਤਰ ਸਿੰਘ ਸਾਹਿਬ ਉਹ ਦੱਸਦੇ ਸਨ ਕਿ ਬਚਪਨ ਤੋਂ, ਛੋਟੀ ਜਿਹੀ ਅਵਸਥਾ ਤੋਂ ਹੀ ਸਾਡੀ ਇਹ ਅਵਸਥਾ ਸੀ ਕਿ ਜਿੱਥੇ ਬੈਠੇ ਇੱਥੇ ਸਮਾਧੀ ਲੱਗੀ ਰਵੇ, ਸਾਨੂੰ ਹਲਾਏ ਕੋਈ ਨਾ, ਐਡਾ ਮਨ ਜੁੜਿਆ ਹੋਇਆ ਸੀ।
ਇਸੇ ਤਰ੍ਹਾਂ ਮੈਨੂੰ ਬਾਬਾ ਠਾਕੁਰ ਸਿੰਘ ਜੀ ਦੇ ਤਾਇਆ ਜੀ ਦੇ ਪੁੱਤ ਭਰਾ ਮਿਲੇ ਸਨ। ਉਹਨਾਂ ਬਚਨ ਦੱਸਿਆ ਸੀ ਵੀ ਉਦੋਂ ਸਾਨੂੰ ਪਤਾ ਨਹੀਂ ਸੀ, ਪਰ ਜਦੋਂ ਅਸੀਂ ਪਸ਼ੂ ਚਾਰਨ ਜਾਂਦੇ ਸੀ ਤੇ ਇਹ ਭਾਈ ਠਾਕੁਰ ਸਿੰਘ ਜੀ ਪਸ਼ੂਆਂ ਨੂੰ ਇੱਕ ਤਾਂ ਸੋਟਾ ਨਹੀਂ ਸੀ ਮਾਰਦੇ, ਪਰਨੇ ਨਾਲ ਮੂਕਾ ਪਰਨਾ ਮੁੱਢ ਤੇ ਰੱਖਿਆ ਹੁੰਦਾ ਸੀ, ਉਹਦੇ ਨਾਲ ਹੀ ਮੋੜਦੇ ਸਨ। ਤੇ ਜਿੱਥੇ ਬਹੁਤਾ ਵਧੀਆ ਸੰਘਣਾ ਹਰਾ ਘਾਹ ਹੁੰਦਾ ਸੀ ਉੱਥੇ ਪਸ਼ੂਆਂ ਨੂੰ ਛੱਡਦੇ ਸੀ ਚਾਰਨ ਲਈ। ਇਹ ਸਾਡੇ ਨਾਲ ਖੇਡਦੇ ਨਹੀਂ ਸਨ, ਚੰਚਲ ਸੁਭਾਅ ਨਹੀਂ ਸੀ। ਕਿਸੇ ਝਾੜੀ ਮਲੇ ਤੇ ਆਪਣਾ ਉਹ ਪਰਨਾ ਪਾ ਕੇ ਉਹਦੀ ਛਾਵੇਂ ਬੈਠੇ ਨੇ ਜਿਵੇਂ ਸਮਾਧੀ ਲੱਗੀ ਹੁੰਦੀ ਆ। ਸਾਨੂੰ ਉਦੋਂ ਕੁਛ ਨਹੀਂ ਸੀ ਪਤਾ ਵੀ ਇਹ ਕੀ ਕਰਦੇ ਨੇ, ਬਾਅਦ 'ਚ ਪਤਾ ਲੱਗਾ ਵੀ ਇਹ ਤਾਂ ਸਾਧੂ ਹਨ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਧੁਰੋਂ ਹੀ ਮਸਤਕ ਤੇ ਲਿਖਿਆ ਹੋਇਆ ਲੇਖ ਹੈ, ਸੇ ਗੁਰਮੁਖ ਰਹੇ ਲਿਵ ਲਾਏ, ਉਹ ਗੁਰਾਂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਵਿੱਚ ਆਪਣੀ ਲਿਵ ਨੂੰ ਲਾ ਕੇ ਰਹਿੰਦੇ ਹਨ, ਲਿਵ ਲੱਗੀ ਰਹਿੰਦੀ ਹੈ। ਸੋ ਬਿਰਤੀ ਦਾ ਪ੍ਰਵਾਹ ਵਾਹਿਗੁਰੂ ਜੀ ਵੱਲ ਸ਼ਬਦ ਵਿੱਚ ਲੱਗਾ ਰਹਿੰਦਾ। ਰਹਾਓ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ, ਐ ਹਰੀ ਦੇ ਸੰਤੋ ਆਪਣੀ ਅੰਦਰਲੀ ਅੱਖਾਂ ਖੋਲ ਕੇ ਵੇਖੋ, ਮਨ ਬੁੱਧ ਰੂਪੀ ਨੇਤਰਾਂ ਨਾਲ ਵਿਰਾਗ ਤੇ ਵਿਵੇਕ ਦੇ ਨੇਤਰਾਂ ਦੁਆਰਾ, ਫਿਰ ਪਤਾ ਲੱਗੇਗਾ ਨਿਕਟ ਵਸੈ ਭਰਪੂਰ, ਭਰਪੂਰ ਹੋ ਰਿਹਾ ਵਾਹਿਗੁਰੂ, ਬਿਲਕੁਲ ਨਜ਼ਦੀਕ ਵਸਦਾ ਹੈ। ਦੂਰ ਨਾ ਹੀ ਮੇਰੋ ਪ੍ਰਭ ਪਿਆਰੋ, ਤੂੰ ਭਰਪੂਰ ਜਾਣਿਆ ਮੈਂ ਦੂਰ। ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ, ਜਿਨ੍ਹਾਂ ਨੇ ਗੁਰਾਂ ਦੀ ਮਤ ਸਿੱਖਿਆ ਦੁਆਰਾ ਪਛਾਣ ਲਿਆ ਹੈ ਉਹ ਵੇਖਦੇ ਹਨ ਸਦਾ ਹੀ ਹਦੂਰ ਸਾਹਮਣੇ, ਕਿ ਜ਼ਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ। ਇੱਕ ਡਾਕਟਰ ਕਰਮ ਸਿੰਘ ਜੀ ਸਨ ਮਹਿਤੇ, ਤੇ ਉਹਨਾਂ ਨੇ ਮੈਨੂੰ ਬਚਨ ਸੁਣਾਇਆ ਸੀ ਕਿ ਬੇਟਾ ਇੱਕ ਵਾਰੀ ਸੰਤ ਕਰਤਾਰ ਸਿੰਘ ਜੀ ਗਏ ਹਜੂਰ ਸਾਹਿਬ, ਸੱਚਖੰਡ ਅਬਚਲ ਨਗਰ ਨੰਦੇੜ, ਤੇ ਮੈਂ ਉਹਨਾਂ ਦੇ ਨਾਲ ਸੀ। ਜਦੋਂ ਸਾਹਮਣੇ ਦਰਸ਼ਨ ਹੋਇਆ ਨਾ ਤਖਤ ਸਾਹਿਬ ਦਾ, ਤੇ ਉਹਨਾਂ ਦਾ ਕਮਰ ਕੱਸਾ ਕੀਤਾ ਹੋਇਆ ਸੀ, ਤੇ ਉਹ ਤੀਰ ਹੱਥ 'ਚ ਫੜਿਆ ਤੇ ਦੌੜ ਪਏ ਤੇ ਕਹਿੰਦੇ ਜਾਣ ਸਾਹਿਬ ਹਜੂਰ, ਸਾਹਿਬ ਹਜੂਰ। ਤੇ ਮੈਂ ਬਾਅਦ 'ਚ ਪੁੱਛਿਆ ਜੀ ਸਾਰੇ ਲੋਕ ਕਹਿੰਦੇ ਨੇ ਇਸ ਸਥਾਨ ਨੂੰ ਹਜੂਰ ਸਾਹਿਬ, ਤੁਸੀਂ ਉਲਟਾ ਕੇ ਕਹਿ ਰਹੇ ਸੀ ਸਾਹਿਬ ਹਜੂਰ, ਸਾਹਿਬ ਹਜੂਰ, ਇਹਦਾ ਕੀ ਮਤਲਬ? ਤਾਂ ਮੈਨੂੰ ਜੱਫੀ 'ਚ ਲੈ ਕੇ ਕਹਿਣ ਲੱਗੇ ਡਾਕਟਰ ਸਾਹਿਬ ਸਾਹਿਬ ਤਾਂ ਸਦਾ ਹਜੂਰ ਹੈ, ਪਰ ਮਨ ਹਜੂਰੀ 'ਚ ਨਹੀਂ ਰਹਿੰਦਾ, ਮਨ ਹਜੂਰੀ 'ਚ ਨਹੀਂ ਰਹਿੰਦਾ, ਇਸ ਕਰਕੇ ਸਾਹਿਬ ਦਾ ਦਰਸ਼ਨ ਨਹੀਂ, ਸਾਹਿਬ ਤਾਂ ਹਜੂਰ ਹੀ ਹੈ। ਸੋ ਨਿਕਟ ਨੇੜੇ ਵਸਦਾ ਹੈ, ਭਰਪੂਰ ਹੈ ਪਰਮਾਤਮਾ, ਤੇ ਜਿਨ੍ਹਾਂ ਨੇ ਗੁਰਾਂ ਦੀ ਮੱਤ ਲੈ ਕੇ ਪਛਾਣ ਲਿਆ ਹੈ ਉਹ ਵੇਖਦੇ ਹਨ ਸਦਾ ਹਜੂਰ ਹੀ, ਨੇੜੇ ਤੋਂ ਨੇੜੇ ਤੇ ਸਾਹਮਣੇ। ਜ਼ਾਹਰ ਪ੍ਰਗਟ ਜਹੂਰ ਪ੍ਰਤਾਪ, ਹਾਜ਼ਰ ਨੇੜੇ ਹਜੂਰ ਸਾਹਮਣੇ। ਜਿਨ ਗੁਣ ਤਿਨ ਸਦ ਮਨ ਵਸੈ, ਜਿਨ੍ਹਾਂ ਨੇ ਇਹ ਗੁਣ ਧਾਰਨ ਕੀਤੇ ਹਨ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਸਤ ਸੰਤੋਖ ਦਇਆ ਧਰਮ ਖਿਮਾ ਸ਼ਰਧਾ ਭਾਵਨੀ ਧੀਰਜ ਪ੍ਰੇਮ ਵਿਰਾਗ, ਉਹਨਾਂ ਦੇ ਸਦਾ ਮਨ ਵਿੱਚ ਹੀ ਵਸਦੇ ਹਨ ਵਾਹਿਗੁਰੂ ਜੀ। ਔਗੁਣਵੰਤਿਆ ਦੂਰ, ਜਿਹੜੇ ਔਗੁਣਵੰਤ ਹਨ ਔਗੁਣਾਂ ਨਾਲ ਭਰੇ ਹੋਏ ਨੇ ਉਹਨਾਂ ਵਾਸਤੇ ਪ੍ਰਮਾਤਮਾ ਦੂਰ ਹੈ। ਮਨਮੁਖਤਾਈ ਕਰਕੇ ਵਾਹਿਗੁਰੂ ਜੀ ਦੂਰ ਨੇ, ਗੁਰਮੁਖਤਾਈ ਕਰਕੇ ਨੇੜੇ ਨੇ। ਮਨਮੁਖ ਗੁਣਤਾ ਬਾਹਰੇ ਬਿਨ ਨਾਵੈ ਮਰਦੇ ਝੂਰ, ਜਿਹੜੇ ਮਨਮੁਖ ਹਨ ਮਨ ਦੇ ਪਿੱਛੇ ਲੱਗਣ ਵਾਲੇ, ਆਪਣੀ ਮਰਜ਼ੀ ਕਰਨ ਵਾਲੇ, ਉਹ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਗੁਣਾਂ ਤੋਂ ਬਾਹਰੇ ਹਨ। ਇਹ ਗੁਣ ਉਹਨਾਂ 'ਚ ਹੈ ਨਹੀਂ ਜਿਨ੍ਹਾਂ ਦੁਆਰਾ ਪ੍ਰਾਪਤੀ ਹੋਏ। ਤੇ ਨਾ ਨਾਮ ਹੀ ਹਿਰਦੇ 'ਚ ਟਿਕਦਾ, ਫਿਰ ਜਿੱਥੇ ਗੁਣ ਨਹੀਂ ਉੱਥੇ ਨਾਮ ਵੀ ਨਹੀਂ ਟਿਕਦਾ। ਹੰਗਤਾ ਉਗਣ ਆਦਿਕ ਵੱਡੇ ਰੋਗ ਨੇ। ਬਿਨਾਂ ਨਾਮ ਤੋਂ ਝੂਰ ਝੂਰ ਕੇ ਵਿਰਲਾਪ ਕਰਦੇ ਹੋਏ, ਰੋਂਦੇ ਧੋਂਦੇ, ਪਛਤਾਪ ਕਰਦੇ ਹੋਏ, ਪਛਤਾਤਾਪ ਕਰਦੇ ਰੋਂਦੇ ਝੂਰਦੇ ਮਰ ਜਾਂਦੇ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਜਿਹਨੇ ਗੁਰੂ ਦਾ ਸ਼ਬਦ ਸੁਣ ਕੇ, ਗੁਰੂ ਦੇ ਸ਼ਬਦ ਦੁਆਰਾ ਨਾਮ ਦੀ ਮਹਿਮਾ ਨੂੰ ਸੁਣ ਕੇ ਮੰਨ ਲਿਆ ਹੈ, ਮਨ ਵਿੱਚ ਨਾਮ ਜਪਣਾ ਮੰਨ ਲਿਆ, ਤਿਨ ਮਨ ਧਿਆਇਆ ਹਰ ਸੋਏ, ਉਹਨਾਂ ਨੇ ਮਨ ਹੀ ਮਨ ਅੰਦਰ ਉਸ ਹਰੀ ਪਰਮਾਤਮਾ ਦਾ ਨਾਮ ਧਿਆਇਆ ਸਿਮਰਿਆ ਹੈ। ਅਨੰਦਨ ਭਗਤੀ ਰਤਿਆ, ਮਨ ਤਨ ਨਿਰਮਲ ਹੋਏ। ਰਾਤ ਦਿਨ ਉਹਨਾਂ ਦਾ ਹਿਰਦਾ ਵਾਹਿਗੁਰੂ ਦੀ ਭਗਤੀ 'ਚ ਰੰਗਿਆ ਰਹਿੰਦਾ। ਇਸ ਕਰਕੇ ਮਨ ਤੇ ਤਨ ਦੋਵੇਂ ਹੀ ਨਿਰਮਲ ਹੋ ਜਾਂਦੇ ਨੇ। ਮਨ ਤਾਂ ਸਾਫ ਸੁਥਰਾ ਹੈ, ਇੱਛਾ ਤੋਂ ਵਿਕਾਰਾਂ ਤੋਂ ਰਹਿਤ, ਬੁਰਾ ਚਿਤਵਣ ਤੋਂ ਰਹਿਤ। ਤਨ ਕਰਕੇ ਵੀ ਨਿਰਮਲ ਕਰਮ ਹੁੰਦੇ ਨੇ, ਕੋਈ ਮਾੜਾ ਕਰਮ ਹੁੰਦਾ ਹੀ ਨਹੀਂ। ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁੱਖ ਰੋਏ, ਜਿਹੜਾ ਸੰਸਾਰੀ ਲੋਕਾਂ ਦੇ ਮਨ ਨੂੰ ਰੰਗ ਚੜ੍ਹਿਆ ਹੈ ਉਹ ਝੂਠਾ ਰੰਗ ਹੈ, ਕਸੁੰਭੇ ਦੇ ਫੁੱਲ ਵਰਗਾ ਹੈ। ਕਸੁੰਭੇ ਦਾ ਫੁੱਲ ਚਮਕ ਦਮਕ ਬੜੀ, ਪਰ ਚਾਰ ਕੁ ਬੂੰਦਾਂ ਪੈ ਜਾਣ ਮੀਂਹ ਦੀਆਂ ਤੇ ਸਾਰਾ ਰੰਗ ਖੁਰ ਜਾਂਦਾ, ਲੱਥ ਜਾਂਦਾ। ਕੱਚਾ ਰੰਗ ਕਸੁੰਭ ਦਾ ਥੋੜੜਿਆਂ ਦਿਨ ਚਾਰ ਜੀਓ, ਵਿਣ ਨਾ ਆਵੈ ਭਰਮ ਭੁੱਲੀਆ, ਠੱਗ ਮੁੱਠੀ ਕੁੜਿਆਰ ਜੀਓ। ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ।
ਇਹੋ ਮਾਇਆ ਰੰਗ ਕਸੁੰਭ ਖਿਨ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੈ ਫਿਰ ਪਛਤਾਵਣਾ, ਜਾਂ ਪਕੜ ਕੇ ਚਲਾਇਆ ਕਾਲ ਤਾਂ ਖਰਾ ਡੁਰਾਵਣਾ। ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਇਉਂ ਹਜ਼ੂਰ ਕਹਿੰਦੇ ਨੇ ਕਸੁੰਭ ਦਾ ਰੰਗ ਸੁੰਭੇ ਫੁੱਲ ਦਾ, ਕੂੜਾ ਹੈ ਝੂਠਾ ਹੈ ਮਾਇਆ ਦਾ। ਬਿਨਸ ਜਾਏ ਦੁੱਖ ਰੋਏ, ਉਹ ਜਦੋਂ ਬਿਨਸ ਜਾਂਦਾ ਮਾਇਆ ਦਾ ਰੰਗ, ਭਾਵ ਮਾਇਆ ਸਾਥ ਛੱਡ ਜਾਂਦੀ ਹੈ, ਜਾਂ ਸੰਬੰਧੀ ਕਬਜ਼ਾ ਕਰ ਲੈਂਦੇ ਨੇ, ਜਦੋਂ ਵਸ ਨਹੀਂ ਕੁਛ ਰਹਿ ਜਾਂਦਾ, ਗਰੀਬੀ ਵੀ ਕਈ ਵਾਰੀ ਆ ਜਾਂਦੀ ਹੈ। ਦੁੱਖ ਦੇ ਸਹਿਤ ਹੋ ਕੇ ਜੀਵ ਫਿਰ ਰੋਂਦੇ ਹਨ, ਦੁੱਖ ਬੜਾ ਲੱਗਦਾ, ਰੋ ਰੋ ਕੇ ਹੋਰ ਦੁਖੀ ਹੁੰਦੇ ਨੇ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਜਿਸ ਦੇ ਅੰਦਰ ਨਾਮ ਦਾ ਚਾਨਣ ਹੋ ਗਿਆ ਹੈ ਉਹ ਸਦਾ ਸਦਾ ਵਾਸਤੇ ਥਿਰ ਹੋ ਗਏ। ਇੱਕ ਰਸ ਟਿਕਾਣਾ ਮੰਨ ਲਿਆ ਉਹਨਾਂ ਨੇ, ਜਿਵੇਂ ਬਚਨ ਹੈ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਅੱਗੇ ਹਜ਼ੂਰ ਬਚਨ ਕਰਦੇ ਹਨ, ਇਹ ਜਨਮ ਪਦਾਰਥ ਪਾਏ ਕੈ। ਆਮ ਤੌਰ ਤੇ 4 ਪਦਾਰਥ ਮੰਨੇ ਗਏ ਨੇ, ਧਰਮ ਅਰਥ ਕਾਮ ਮੋਖ। ਪਰ ਜਨਮ, ਮਨੁੱਖਾ ਜਨਮ ਵੀ ਇੱਕ ਬਹੁਤ ਵੱਡੀ ਚੀਜ਼ ਹੈ, ਬੜਾ ਵੱਡਾ ਪਦਾਰਥ ਹੈ। ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ ਆਦਿਕ। ਇਹ ਜਨਮ ਪਦਾਰਥ ਪਾਏ ਕੇ ਬਹੁਤ ਵੱਡਾ ਮਹਾਨ ਪਦਾਰਥ ਹੈ। ਵਸਤੂ ਪ੍ਰਾਪਤ ਕਰਕੇ ਮਨੁੱਖਾ ਦੇਈ ਹਰ ਨਾਮ ਨਾਲ ਚੇਤਾ ਲਿਵ ਲਾਏ। ਜਿਹੜਾ ਹਰੀ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦਾ, ਮਨ ਦੀ ਲਿਵ ਨਹੀਂ ਲਾਉਂਦਾ, ਬਿਰਤੀ ਨਹੀਂ ਜੋੜਦਾ, ਪੱਗ ਖਿੱਸਿਆ ਰਹਿਣਾ ਨਹੀਂ, ਪੈਰ ਥਿੜਕੇਗਾ, ਰਹਿਣਾ ਨਹੀਂ, ਇਸ ਦੁਨੀਆ ਤੇ ਰਹਿਣਾ ਤਾਂ ਹੈ ਨਹੀਂ। ਆਗਿਆ ਠੌਰ ਨਾ ਪਾਏ, ਜਦੋਂ ਪੈਰ ਖਿਸਕਿਆ ਭਾਵ ਕਿ ਮੌਤ ਹੋਈ ਸਰੀਰ ਦੀ, ਅਗਲੇ ਜਹਾਨ ਵਿੱਚ ਵੀ ਟਿਕਾਣਾ ਪ੍ਰਾਪਤ ਨਹੀਂ ਕਰੇਗਾ। ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ। ਉਹ ਜਿਹੜਾ ਵੇਲਾ ਮਿਲਿਆ ਸੀ ਮਨੁੱਖਾ ਦੇਹੀ ਦਾ, ਉਹ ਦੁਬਾਰਾ ਫਿਰ ਹੱਥ ਨਹੀਂ ਆਏਗਾ ਤੇ ਅੰਤ ਨੂੰ ਪਛਤਾਉਂਦਾ ਹੋਇਆ ਇਸ ਦੁਨੀਆ ਤੋਂ ਚਲਾ ਗਿਆ, ਹੱਥ ਮਲਦਾ ਚਲਾ ਗਿਆ, ਫਿਰ ਪੱਲੇ ਕੁਛ ਨਾ ਰਿਹਾ। ਇੱਕ ਰੱਤੀ ਬਿਲਮਨਾ ਦੇਵ ਨਹੀਂ ਵਣਜਾਰਿਆ ਮਿੱਤਰਾ, ਉਹਨੇ ਤਕੜੇ ਪਾਏ ਹਾਥ। ਜਿਸ ਨਜ਼ਰ ਕਰੇ ਸੋ ਉਬਰੈ ਹਰ ਸਿੱਤੀ ਲਾਏ। ਜਿਸ ਦੇ ਉੱਪਰ ਵਾਹਿਗੁਰੂ ਜੀ ਮਿਹਰ ਦੀ ਨਜ਼ਰ ਕਰਦੇ ਹਨ, ਟੁੱਟ ਕੇ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਹ ਉਬਰੈ ਬਚ ਜਾਂਦਾ ਮਾਇਆ ਦੇ ਪ੍ਰਭਾਵ ਤੋਂ, ਵਿਕਾਰਾਂ ਤੋਂ। ਹਰ ਸਿੱਤੀ ਲਿਵ ਲਾਏ, ਉਬਰਨ ਦੀ ਨਿਸ਼ਾਨੀ ਬਚਣ ਦੀ ਹੈ ਕਿ ਹਰੀ ਵਾਹਿਗੁਰੂ ਦੇ ਨਾਮ ਨਾਲ ਉਹ ਲਿਵ ਲਾ ਲੈਂਦਾ। ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ। ਦੇਖਾ ਦੇਖੀ ਵਿਖਾਵੇ ਦੇ ਤੌਰ ਤੇ ਤਾਂ ਸਭ ਕੋਈ ਕਰਦਾ ਬੜਾ ਕੁਛ, ਪਰ ਮਨ ਦੇ ਪਿੱਛੇ ਲੱਗਣ ਵਾਲਾ ਅਸਲ ਬੂਝ ਸਮਝ ਨੂੰ ਨਹੀਂ ਪ੍ਰਾਪਤ ਕਰਦਾ। ਜਿਨ ਗੁਰਮੁਖ ਹਿਰਦਾ ਸੁੱਧ ਹੈ, ਜਿਨ੍ਹਾਂ ਦਾ ਗੁਰਾਂ ਦੇ ਸਨਮੁਖ ਹੋਣ ਕਰਕੇ ਹਿਰਦਾ ਸ਼ੁੱਧ ਸਾਫ਼ ਹੋ ਗਿਆ ਹੈ, ਸੇਵ ਪਈ ਤਿਨ ਥਾਏ। ਉਹਨਾਂ ਦੀ ਸੇਵਾ ਭਗਤੀ ਕਮਾਈ ਹੋਈ, ਥਾਂ ਪੈ ਗਈ, ਭਾਵ ਸਫਲੀ ਹੋ ਗਈ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਗੋ ਕਿਰਪਾ ਕੀਜੈ। ਜਾਂ ਜਾ ਕੀ ਭਗਤ ਮੇਰਾ ਪ੍ਰਭ ਮਨ ਹੈ। ਮੇਰਾ ਪ੍ਰਭੂ ਜਿਨ੍ਹਾਂ ਦੀ ਕੀਤੀ ਭਗਤੀ ਨੂੰ ਮੰਨ ਲੈਂਦਾ, ਪ੍ਰਵਾਨ ਕਰਨ ਦਾ, ਉਹੀ ਸਫਲੀ ਹੈ। ਹਰ ਗੁਣ ਗਾਵਹਿ ਹਰ ਨਿਤ ਪੜ੍ਹੈ। ਜਿਹੜੇ ਗੁਰਮੁਖ ਨੇ ਉਹ ਹਰੀ ਦੇ ਗੁਣ ਹੀ ਗਾਉਂਦੇ ਹਨ ਤੇ ਨਿਤ ਪ੍ਰਮਾਤਮਾ ਦੇ ਨਾਮ ਨੂੰ ਹੀ ਪੜ੍ਹਦੇ ਹਨ, ਵਾਹਿਗੁਰੂ ਦੀਆਂ ਵਡਿਆਈਆਂ ਹੀ ਪੜ੍ਹਦੇ ਹਨ। ਹਰ ਗੁਣ ਗਾਏ ਸਮਾਏ, ਹਰੀ ਦੇ ਗੁਣ ਗਾਉਂਦੇ ਹੋਏ ਸਮਾ ਹੀ ਜਾਂਦੇ ਹਨ ਵਾਹਿਗੁਰੂ ਦੇ ਗੁਣਾਂ ਵਿੱਚ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ। ਉਹਨਾਂ ਦੀ ਬਾਣੀ ਬਚਨ ਕੀ ਹਨ? ਸਦਾ ਸੱਚ ਸਰੂਪ ਵਾਹਿਗੁਰੂ ਦੇ ਨਾਮ ਸੰਬੰਧੀ ਬਚਨ, ਸਦਾ ਸੱਚ ਪਰਮਾਤਮਾ ਹੀ ਬੋਲਦੇ ਹਨ, ਇਹ ਉਹਨਾਂ ਦੀ ਬਾਣੀ ਹੈ। ਉਹਨਾਂ ਦੀ ਬਾਣੀ ਬਚਨ ਬਿਲਾਸ ਹੋਰ ਸੰਸਾਰੀਆਂ ਵਾਲੇ ਨਹੀਂ। ਉਹਨਾਂ ਦੀ ਬਾਣੀ ਬਚਨਾਂ ਵਿੱਚੋਂ ਸਦਾ ਸੱਚ ਹੀ ਟਪਕਦਾ ਹੈ। ਸੱਚ ਸਰੂਪ ਪਰਮਾਤਮਾ ਦੇ ਨਾਮ ਦੀ ਹੀ ਮਹਿਮਾ ਹੁੰਦੀ ਹੈ। ਜੇ ਨਾਮ ਰਹੇ ਲਿਵਲਾ, ਇਹ ਨਿਸ਼ਾਨੀ ਹੈ ਕਿ ਇਹਨਾਂ ਦੀ ਨਾਮ ਵਿੱਚ ਲਿਵ ਲੱਗੀ ਹੋਈ ਹੈ। ਜਿਹੜੇ ਨਾਮ ਵਿੱਚ ਲਿਵ ਲਾ ਕੇ ਰਹਿੰਦੇ ਹਨ, ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਦੇ ਬਚਨ ਸਦਾ ਸੱਚ ਸਰੂਪ ਪਰਮਾਤਮਾ ਦੇ ਨਾਮ ਵਾਲੇ ਹੀ ਹੁੰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।